ਤੁਸੀਂ US ਹਾਊਸ ਦੇ ਵਿੱਚ ਅਰਦਾਸ ਕਰਨ ਵਾਲੇ ਪਹਿਲੇ ਸਿੱਖ ਬਣਨ ਦਾ ਜਿਹੜਾ ਤੁਹਾਨੂੰ ਮਾਣ ਹਾਸਿਲ ਹੋਇਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੇ ਮੈਂ ਆਪ ਵੀ ਜਿਹੜਾ ਬੜਾ ਭਾਵੁਕ ਹੋ ਰਿਹਾ ਸੀ ਇਹ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨੂੰ ਦੇਖ ਕੇ ਵੀ ਅਸੀਂ ਜਿਹੜਾ ਹੈਗਾ ਜਿੱਥੇ ਅੱਜ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਸਿੱਖੀ ਛੱਡਦਾ ਜਾ ਰਿਹਾ, ਪਰ ਇਹਨਾਂ ਲੋਕਾਂ ਦੇ ਵਿੱਚ ਦੇਖੋ ਕਿੰਨਾ ਜਿਹੜਾ ਅਸੀਂ ਇਹ ਖਿੱਚ ਹੈਗੀ ਕਿ ਉਹ ਮੈਨੂੰ ਜਿਹੜਾ ਹੈਗਾ ਮੇਰੇ ਨਾਲ ਸੈਲਫੀਆਂ ਲੈ ਰਹੇ ਆ, ਮੇਰੇ ਨਾਲ ਫੋਟੋਆਂ ਖਿਚਾ ਰਹੇ ਆ। ਇਹ ਸਿਰਫ ਗੁਰੂ ਨਾਨਕ ਦੀ ਬਖਸ਼ਿਸ਼ ਨਹੀਂ। ਆਮ ਕਰਕੇ ਸਾਡੀ ਕਿਰਪਾਨ ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ ਵੀ ਤੁਸੀਂ ਜਹਾਜ਼ 'ਚ ਲੈ ਕੇ ਨਹੀਂ ਜਾ ਸਕਦੇ, ਇੱਧਰ ਨਹੀਂ ਜਾ ਸਕਦੇ, ਪਰ USA ਪਾਰਲੀਮੈਂਟ ਦੇ ਵਿੱਚ ਜਦੋਂ ਮੈਂ ਗਿਆ ਆਂਗਾ ਤੇ ਮੈਂ ਪੂਰਾ ਤੌਰ ਤੇ ਪੰਜੇ ਕਕਾਰ ਪਹਿਨੇ ਆ, ਖਾਸ ਕਰਕੇ ਸ੍ਰੀ ਸਾਹਿਬ ਕਿਰਪਾਨ ਆ ਜਿਹੜੀ ਹੁਣ ਵੀ ਮੈਂ ਪਾਈ ਹੋਈ ਹੈ। ਇਹ ਕਿਰਪਾਨ ਮੈਂ ਉੱਪਰ ਤੋਂ ਪਾ ਕੇ ਗਿਆ। ਬਾਈ ਦਾ ਗ੍ਰੇਸ ਆਫ ਦਾ ਟਰੂ ਗੁਰੂ ਆਲਮਾਈਟੀ ਗੋਡ ਵਾਹਿਗੁਰੂ ਵੀ ਕਾਲ ਯੂ ਬਾਈ ਮੈਨੀ ਨੇਮਸ। ਜਿੱਦਾਂ ਕਹਿ ਲਈਏ ਇੱਕ ਬਹੁਤ ਵੱਡਾ ਸੁਨੇਹਾ ਸੀ। ਇੱਕ ਤਾਂ ਇਹਦੇ ਨਾਲ ਜਿਹੜੀ ਸਿੱਖ ਪਛਾਣ ਜੋ ਪਹਿਲਾਂ ਜਿੱਦਾਂ ਸਾਡੇ ਨਾਲ ਪਹਿਲੇ ਕੁਝ ਹਮਲੇ ਵੀ ਹੋਏ ਹੈਗੇ ਤਾਲਿਬਾਨਾਂ ਦੇ ਚੱਕਰ ਦੇ ਵਿੱਚ ਸਾਡੇ ਸਿੱਖ ਭਰਾਵਾਂ ਦੇ ਉੱਤੇ, ਕਿਉਂਕਿ ਉਹਨਾਂ ਨੇ ਸਾਨੂੰ ਉਹ ਸਮਝ ਲਿਆ ਤੇ ਉਹ ਤੋਂ ਬਾਅਦ ਸਿੱਖ ਅਵੇਅਰਨੈਸ ਕਾਫੀ ਆਈ ਹੈ, ਬਹੁਤ ਸਾਰਾ ਇਸ ਕੰਮ ਤੇ ਵਰਕ ਹੋਇਆ। ਪਰ ਆ ਜਿਹੜਾ US ਪਾਰਲੀਮੈਂਟ ਦੇ ਵਿੱਚ, ਕਿਉਂਕਿ ਇਸ ਜਗ੍ਹਾ ਨੂੰ ਹਰ ਇਨਸਾਨ ਦੇਖਦਾ, ਹਰ ਅਮਰੀਕਨ ਦੇਖਦਾ, ਬਲਕਿ ਵਰਲਡ ਦਾ ਕੱਲਾ ਜੀ ਜਿਹੜਾ ਹੈਗਾ ਉਹ USA ਤੋਂ ਹੋਣ ਵਾਲੀ ਕਾਰਵਾਈ ਦੇ ਵੱਲ ਦੇਖਦਾ। ਇਹਦੇ ਨਾਲ ਸਾਡੀ ਜਿਹੜੀ ਆਇਡੈਂਟੀਟੀ ਹੈ, ਸਾਡੀ ਜਿਹੜੀ ਪਛਾਣ ਹੈ, ਉਹ ਹੋਰ ਨਿਖਰ ਕੇ ਜਿਹੜੀ ਹੈ ਸਾਹਮਣੇ ਆਈ ਹੈ। ਤੁਹਾਨੂੰ ਇਹਦੇ ਲਈ ਕਿੰਨੀ ਕੁ ਮਿਹਨਤ ਕਰਨੀ ਪਈ ਤੇ ਕੀ ਮਨ ਦੇ ਵਿੱਚ ਕੋਈ ਥੋੜਾ ਬਹੁਤਾ ਨਰਵਸਨੈਸ ਕੁਝ ਸੀ ਮਨ ਦੇ ਵਿੱਚ ਕਿ ਕਿਤੇ ਵੀ ਕੋਈ ਜਿਹੜੀ ਕੁਤਾਹੀ ਨਾ ਹੋ ਜਾਵੇ? ਨਹੀਂ, ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਮਤਾ ਜਿਹੜਾ ਹੈਗਾ ਡਰਦਾ, ਕਿਉਂਕਿ ਬਹੁਤ ਵੱਡਾ ਕਾਰਜ ਸੀ ਤੇ ਉਹ ਸਾਰੇ ਬਹੁਤ ਖੁਸ਼ ਹੋ ਰਹੇ ਸੀ ਤੇ ਮੇਰੇ ਨਾਲ ਜਿਹੜੀਆਂ ਹੈਗੀਆਂ ਉਹਨਾਂ ਨੇ ਤਕਰੀਬਨ ਸਾਰਿਆਂ ਨੇ ਸੈਲਫੀਆਂ ਲਈਆਂ, ਫੋਟੋਆਂ ਖਿਚਾਈਆਂ। US ਪਾਰਲੀਮੈਂਟ ਦੇ ਵਿੱਚ ਜਾ ਕੇ ਅਰਦਾਸ ਹੋਣੀ ਤੇ ਖਾਸ ਤੌਰ ਤੇ ਉਦੋਂ ਜਦੋਂ ਕੈਨੇਡਾ ਤੇ ਭਾਰਤ ਦੇ ਸਬੰਧ ਜਿਹੜੇ ਆ ਤੜਕਦੇ ਨਜ਼ਰ ਆ ਰਹੇ ਆ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਿੱਖਾਂ ਦੇ ਲਈ ਕਿੰਨੀ ਕੁ ਰਾਹਤ ਵਾਲੀ ਤੇ ਸਿੱਖਾਂ ਦੀ ਛਵੀ ਨੂੰ ਜਿਹੜੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹਦੇ ਵਿੱਚ ਇਹ ਜਿਹੜੀ ਗਤੀਵਿਧੀ ਆ ਇਹ ਕਿੰਨੀ ਕੁ ਵਧੀਆ ਜਾਂ ਫਿਰ ਕਿਵੇਂ ਦੀ ਭੂਮਿਕਾ ਅਦਾ ਕਰ ਸਕਦੀ ਆ? ਇਹ ਬਹੁਤ ਵਧੀਆ ਹੈ ਜੀ। ਇਹਦੇ ਨਾਲ ਜਿਹੜਾ ਹੈਗਾ ਇੱਕ ਸੁਨੇਹਾ ਗਿਆ ਹੈਗਾ ਵੀ ਸਿੱਖ ਜਿਹੜਾ ਹੈਗਾ ਉਹ ਹਰ ਪਾਸੇ ਹਰ ਦਾ ਭਲਾ ਮੰਗਦਾ ਹੈਗਾ। USA ਸੈਨੇਟ ਦੇ ਵਿੱਚ ਉੱਥੇ ਹਾਊਸ ਦੇ ਵਿੱਚ ਜਿਹੜਾ ਹੈਗਾ ਅਸੀਂ ਉਹਨਾਂ ਦਾ ਵੀ ਭਲਾ ਮੰਗਿਆ ਹੈਗਾ ਵੀ ਤੁਸੀਂ ਦੁਨੀਆ ਨੂੰ ਇਨਸਾਫ ਦਿੰਦੇ ਹੋ, ਦੁਨੀਆ ਨੂੰ ਬਦਲਣਾ। ਕਿਉਂਕਿ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਅਸੀਂ, ਮੇਰਾ ਇਹ ਫੀਲਡ ਹੈ, ਮੈਂ ਪ੍ਰਚਾਰਕ ਹਾਂ, ਕਥਾਵਾਚਕ ਹਾਂ, ਗੁਰਬਾਣੀ ਦਾ ਅਧਿਐਨ ਕਰਦੇ ਹਾਂ। ਜੋ ਗੱਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾਂ ਗੁਰੂ ਸਾਹਿਬਾਨ ਨੇ ਸਾਡੇ ਲਈ ਕਹੀਆਂ, ਅਸੀਂ ਸਿਰਫ ਉਹਨਾਂ ਗੱਲਾਂ ਨੂੰ ਪੜ੍ਹਦੇ ਹਾਂ ਜਾਂ ਕਹਿੰਦੇ ਹਾਂ। ਹੁਣ ਇਹ ਗੱਲ ਅਸੀਂ ਕਹਿੰਦੇ ਤਾਂ ਹੈ ਸਾਰੇ ਹੀ ਵੇ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਪਰ ਇਸ ਗੱਲ ਨੂੰ ਮੰਨਦੇ ਨਹੀਂ। ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ, ਇਹਨੂੰ ਮੰਨਦੇ ਨਹੀਂ ਆ। ਪਰ ਇਹਨਾਂ ਲੋਕਾਂ ਨੇ ਉਹ ਗੱਲਾਂ ਹੂ ਲਾਗੂ ਕੀਤੀ। ਹਿੰਦੂ ਧਰਮ ਬਹੁਤ ਵੱਡਾ ਹੈ, ਬੁੱਧ ਧਰਮ ਬਹੁਤ ਵੱਡਾ ਹੈ, ਇਸਲਾਮ ਧਰਮ ਬਹੁਤ ਵੱਡਾ ਹੈ, ਕ੍ਰਿਸਚਨ ਬਹੁਤ ਵੱਡਾ ਹੈ। ਅਸੀਂ ਤਾਂ ਬਿਲਕੁਲ ਜਿਹੜੇ ਥੋੜ੍ਹੇ ਜਿਹੇ ਹੈਗੇ ਗਿਣਤੀ ਦੇ ਵਿੱਚ, ਪਰ ਸਾਡੇ ਰਿਲੀਜਨ ਨੂੰ ਵੀ ਉਹਨਾਂ ਨੇ ਐਡਾ ਵੱਡਾ ਮਾਣ ਦੇਣਾ ਜਾਂ ਉੱਥੇ ਜਿਹੜੀ ਸਿੱਖ ਪ੍ਰੇਰ ਕਰਾਣੀ, ਇਹ ਤੋਂ ਸਪਸ਼ਟ ਹੋ ਜਾਂਦਾ ਵੀ ਉਹ ਧਰਮ ਨਿਰਪੱਖ ਲੋਕ ਹੈ, ਉਹ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਹੈ ਤੇ ਹਰ ਇੱਕ ਬੰਦੇ ਦੇ ਜਜ਼ਬਾਤਾਂ ਦੀ ਕਦਰ ਕਰਨ ਵਾਲੇ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਜੀ, ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਰਮਨ ਤੂਰ। ਪੰਜਾਬ ਦੇ ਲੋਕਾਂ ਨੇ ਦੁਨੀਆ ਭਰ ਦੇ ਵਿੱਚ ਆਪਣੀ ਤਰੱਕੀ ਦੇ ਨਾਲ, ਆਪਣੇ ਬਹੁਤ ਖਾਸ ਕੰਮਾਂ ਦੇ ਨਾਲ ਜਿੱਥੇ ਝੰਡੇ ਗੱਡੇ ਨੇ, ਲੋਕਾਂ ਦੇ ਵਿੱਚ ਆਪਣਾ ਨਾਮ ਬਣਾਇਆ, ਉੱਥੇ ਹੀ 2-3 ਦਿਨ ਤੋਂ ਲਗਾਤਾਰ ਚਰਚਾ ਹੋ ਰਹੀ ਹੈ ਤੇ ਖਾਸ ਤੌਰ ਤੇ ਸਿੱਖ ਜਗਤ ਮਾਣ ਦੇ ਨਾਲ ਹੋਰ 2-2 ਗਿੱਠਾਂ ਉੱਚਾ ਹੋ ਕੇ ਤੁਰਨ ਲੱਗ ਪਿਆ। ਖਾਸ ਜੇ ਗੱਲ ਕੀਤੀ ਜਾਵੇ ਤੇ ਸਿੱਖ ਧਰਮ ਨੂੰ ਲੈ ਕੇ ਜਦੋਂ ਵੀ ਜਿੱਥੇ ਵੀ ਕਦੇ ਵਡਿਆਈ ਦਾ ਮੌਕਾ ਮਿਲਦਾ ਤੇ ਸਿੱਖ ਕਦੇ ਪਿੱਛੇ ਨਹੀਂ ਹਟਦੇ, ਚਾਹੇ ਗੁਰੂ ਘਰਾਂ ਦੇ ਲੰਗਰਾਂ ਦੀ ਗੱਲ ਹੋਵੇ ਜਾਂ ਫਿਰ ਸੇਵਾ ਦਾ ਸੰਕਲਪ, ਭਾਈ ਕਨ੍ਹਈਆ ਦੇ ਵਾਰਿਸ ਹੋਣ ਦਾ ਜਿਹੜਾ ਸੰਕਲਪ ਹੋਵੇ, ਉੱਥੇ ਹਰ ਜਗ੍ਹਾ ਤੇ ਸਿੱਖ ਵੈਰ ਵਿਰੋਧ, ਆਪਸੀ ਊਚ ਨੀਚ, ਹਰ ਇੱਕ ਚੀਜ਼ ਨੂੰ ਭੁੱਲ ਕੇ ਅੱਗੇ ਹੋ ਕੇ ਸੇਵਾ ਕਰਦੇ ਆ ਤੇ ਪੂਰੇ ਜਗਤ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਰੌਸ਼ਨ ਕਰਦੇ ਆ। ਸੋ 1-2 ਦਿਨ ਤੋਂ ਜਿਸ ਚੀਜ਼ ਦੀ ਬਾਰ-ਬਾਰ ਚਰਚਾ ਹੋ ਰਹੀ ਆ ਉਹ ਬਹੁਤ ਹੀ ਸੋਹਣੇ ਸਿੱਖੀ ਸਰੂਪ ਦੇ ਵਿੱਚ ਸਜੇ ਹੋਏ, ਆਪਣੇ ਜਿਹੜੇ ਆ ਕਕਾਰਾਂ ਦੇ ਨਾਲ ਸਜੇ ਹੋਏ ਸਿੰਘ ਸਾਹਿਬ ਜਸਵਿੰਦਰ ਸਿੰਘ ਜੀ ਦੇ ਵੱਲੋਂ ਕੀਤੇ ਹੋਏ ਬਹੁਤ ਖੂਬਸੂਰਤ ਕੰਮ ਦੀ ਵਜ੍ਹਾ ਕਰਕੇ ਚਰਚਾ ਹੋ ਰਹੀ ਆ। ਹਾਲਾਂਕਿ ਇਹ ਮੰਨਣਾ ਹੋਊਗਾ ਕਿ ਅਮਰੀਕਾ ਵਰਗੀਆਂ ਜਿਹੜੀਆਂ ਸਟੇਟਾਂ ਹੈਗੀਆਂ, ਕੰਟਰੀਜ਼ ਹੈਗੀਆਂ, ਉਹਨਾਂ ਦੇ ਵੱਲੋਂ ਧਰਮ ਨਿਰਪੱਖਤਾ ਨੂੰ ਲੈ ਕੇ ਜਾਂ ਕਿਸੇ ਵੀ ਧਰਮ ਦੀ ਨਿੱਜਤਾ ਨੂੰ, ਉਸ ਦੀ ਖੂਬੀ ਨੂੰ ਲੈ ਕੇ
ਹਮੇਸ਼ਾ ਸਰਾਹਿਆ ਜਾਂਦਾ ਹੈ ਔਰ ਚੰਗਾ ਕੰਮ ਕੀਤਾ ਜਾਂਦਾ। ਅੱਜ ਮੇਰੇ ਨਾਲ ਉਹੀ ਸਿੱਖ ਕੌਮ ਦਾ ਮਾਣ ਉੱਚਾ ਕਰਨ ਵਾਲੇ ਸਿੰਘ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਪਰ ਪਹਿਲਾਂ ਪਾਉਂਦੇ ਹਾਂ ਉਹਨਾਂ ਦੇ ਨਾਲ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਕਹਿ ਸਕਦੇ ਹਾਂ ਕਿ ਸਿੱਖ ਬੱਚੀ ਹੋਣ ਦੇ ਨਾਤੇ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਕਿ ਪੰਜਾਬੀ ਜਿੱਥੇ ਵੀ ਜਾਂਦੇ ਆ ਆਪਣੇ ਗੁਰੂ ਸਾਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦਾ ਕਾਰਨ ਬਹੁਤ ਵਧੀਆ ਤਰੀਕੇ ਦੇ ਨਾਲ ਕਹਿ ਲਓ ਕਿ ਬੁਲੰਦੀ ਵਾਲੇ ਝੰਡੇ ਗੱਡਦੇ ਆ। ਉਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਵੀ। ਥੈਂਕ ਯੂ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮਾਣ ਸਤਿਕਾਰ ਦਿੱਤਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੀ ਬਖਸ਼ਿਸ਼ ਹੈ ਜੋ ਖਾਲਸਾ ਜੀ ਦੇ ਬੋਲ ਬਾਲੇ ਦੇ ਵੱਲ ਵੱਧਦੇ ਹੋਏ ਕਦਮ ਹੈ ਤੇ ਹਰ ਪਾਸੇ ਸਿੱਖੀ ਦੀ ਜਿਹੜੀ ਉਹ ਗੱਲ ਚੱਲ ਰਹੀ ਹੈ। ਸੋ ਪਹਿਲੀ ਤਾਂ ਗੱਲ ਇਹ ਹੈ ਕਿ ਭਾਈ ਜਸਵਿੰਦਰ ਸਿੰਘ ਹੋਰਾਂ ਦਾ ਚਿਹਰਾ ਦੇਖ ਕੇ ਇਹ ਹੋ ਹੀ ਨਹੀਂ ਸਕਦਾ ਕਿ ਕਿਸੇ ਨੂੰ ਇਹਨਾਂ ਦੇ ਬਾਰੇ 'ਚ ਪਤਾ ਨਾ ਲੱਗਿਆ ਹੋਵੇ ਜਾਂ ਪਿਛਲੇ ਜਿਹੜੇ 2-3 ਦਿਨ ਤੋਂ ਲਗਾਤਾਰ ਚਰਚਾ ਚੱਲ ਰਹੀ ਹੈ ਉਸ ਚਰਚਾ ਬਾਰੇ ਨਾ ਪਤਾ ਹੋਵੇ। ਪਰ ਫਿਰ ਵੀ ਦੱਸ ਦਿਆਂ ਤੇ ਇਸ ਦੇ ਨਾਲ ਹੀ ਮੈਂ ਆਪਣਾ ਸਵਾਲ ਵੀ ਜਿਹੜਾ ਰੱਖ ਦਊਂਗੀ ਕਿ ਅਮਰੀਕਾ ਦੇ US ਹਾਊਸ ਦੇ ਵਿੱਚ ਜਿੱਥੇ ਹਮੇਸ਼ਾ ਪਾਦਰੀ ਜਿਹੜਾ ਹਾਊਸ ਦੀ ਅਗਵਾਈ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਾਰਥਨਾ ਕਰਦੇ ਸੀ, ਉੱਥੇ ਭਾਈ ਜਸਵਿੰਦਰ ਸਿੰਘ ਜੀ ਹੋਰਾਂ ਨੇ ਜਾ ਕੇ ਅਰਦਾਸ ਕੀਤੀ ਹੈ ਤੇ ਅਰਦਾਸ ਕਰਨ ਦੇ ਨਾਲ ਨਾਲ ਟਰਾਂਸਲੇਟ ਕਰਕੇ ਸਭ ਤੱਕ ਜਿਹੜਾ ਏਕਤਾ ਦਾ ਔਰ ਪਿਆਰ ਦਾ ਕਿਰਤ ਦਾ ਜਿਹੜਾ ਸੁਨੇਹਾ ਉਹ ਵੀ ਪਹੁੰਚਾਇਆ। ਤੁਹਾਨੂੰ ਇਹਦੇ ਨਾਲ ਹੀ ਮੇਰਾ ਸਵਾਲ ਹੈ ਕਿ ਸਬੱਬ ਕਿੱਦਾਂ ਬਣਿਆ ਇਹ ਅਰਦਾਸ ਉੱਥੇ ਜਾ ਕੇ ਕਰਨ ਦਾ ਤੇ ਕਿਵੇਂ ਤੁਹਾਡੇ ਤੱਕ ਪਹੁੰਚ ਹੋਈ? ਹਾਂਜੀ, ਇਹਦੇ ਪਿੱਛੇ ਬਹੁਤ ਵੱਡੀ ਮਿਹਨਤ ਹੈ ਜੀ। ਜਿਹੜੀ ਮਿਹਨਤ ਸਾਡੇ ਇੱਥੇ ਦੇ USA ਦੇ ਖਾਸ ਕਰ ਸਿੱਖ ਲੀਡਰਾਂ ਦੀ ਹੈ ਜਿਨ੍ਹਾਂ ਨੇ ਇਹ ਸਾਰਾ ਜਿਹੜਾ ਪ੍ਰੋਗਰਾਮ ਉਲੀਕਿਆ, ਇੱਥੋਂ ਦੇ ਕਾਂਗਰਸਮੈਨਾਂ ਦੇ ਨਾਲ ਸੰਪਰਕ ਕੀਤਾ ਤੇ ਕਾਂਗਰਸਮੈਨਾਂ ਦੇ ਥਰੂ ਜਿਹੜਾ ਹੈ ਉਹ US ਪਾਰਲੀਮੈਂਟ ਦੇ ਵਿੱਚ ਉੱਥੋਂ ਦੇ ਸਪੀਕਰ ਨਾਲ ਜਾਂ ਜਿਹੜੇ ਵੀ ਉੱਥੋਂ ਦੇ ਨੁਮਾਇੰਦੇ ਆ ਉਹਨਾਂ ਦੇ ਨਾਲ ਸੰਪਰਕ ਕਰਕੇ ਬਹੁਤ ਵੱਡਾ ਜਿਵੇਂ ਕਹਿ ਲਈਏ ਕਾਰਜ ਕੀਤਾ। ਇਹਦੇ ਪਿੱਛੇ ਜਿਹੜਾ ਹੈਗਾ ਮੇਰਾ ਤਾਂ ਜਿੱਦਾਂ ਕੋਈ ਖਾਸ ਉਹ ਨਹੀਂ ਹੈ ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਜਿਵੇਂ ਪਾਵਨ ਬਚਨ ਹੈ ਵੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੀ ਬਖਸ਼ਿਸ਼ ਹੈ ਤੇ ਇਹਨਾਂ ਸਾਡੇ ਸਿੱਖ ਲੀਡਰਾਂ ਦੀ, ਸਿੱਖ ਭਰਾਵਾਂ ਦੀ ਮਿਹਨਤ ਹੈ ਜਿਨ੍ਹਾਂ ਨੇ ਬਹੁਤ ਹੀ ਦਿਨ ਰਾਤ ਇੱਕ ਕਰਕੇ ਇਹ ਮਿਹਨਤ ਕੀਤੀ ਹੈ। ਕਾਰਜ ਇਹਨਾਂ ਸੌਖਾ ਨਹੀਂ ਹੋਇਆ। ਇਹ ਲਗਭਗ ਪਿਛਲੇ ਸਾਲ 1.5 ਸਾਲ ਤੋਂ ਇਸ ਕਾਰਜ ਦੇ ਵਿੱਚ ਲੱਗੇ ਹੋਏ ਸੀ ਤੇ ਜਿਸ ਕਰਕੇ ਜਿਹੜਾ ਹੈਗਾ ਤੇ ਇਹ ਕਾਰਜ ਹੋ ਸਕਿਆ ਤੇ ਦਾਸ ਨੂੰ ਜਿਹੜਾ ਹੈ ਇਹ ਮਾਣ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ। ਕਿਹੜਾ ਉਹ ਫੋਨ ਕਾਲ ਸੀ, ਕਿਹੜਾ ਸੁਨੇਹਾ ਸੀਗਾ ਤੇ ਕਿਹੜੇ ਵੇਲੇ ਆਇਆ ਤੁਹਾਡੇ ਕੋਲੇ ਕਿ ਤੁਸੀਂ ਗੁਰੂ ਸਾਹਿਬ ਦੀ ਜੋ ਮਹਿਮਾ ਜੋ ਉਸਤਤ ਆ ਜਿਸ ਤੋਂ ਸਾਰੀ ਦੁਨੀਆ ਜਾਣੀ ਜਾਣ ਹੈ, ਪਰ ਉਹਦਾ ਮੁੱਖ ਜਿਹੜਾ ਮੰਤਵ ਹੈਗਾ ਜਿਹੜਾ ਕਹਿ ਲਾ ਕਿ ਮੁੱਖ ਧੁਰਾ ਅਰਦਾਸ ਅਰਜ਼ੋਈ ਜਿਹੜੀ ਆ ਉਹ ਕਿਵੇਂ ਤੁਸੀਂ ਉੱਥੇ ਜਾ ਕੇ ਕਰਨੀ ਹੈ ਤੇ ਉਹਨਾਂ ਲੋਕਾਂ ਨੂੰ ਟਰਾਂਸਲੇਟ ਕਰਕੇ ਵੀ ਦੱਸਣੀ ਆ? ਪਹਿਲਾ ਫੋਨ ਕਾਲ, ਪਹਿਲਾ ਸੁਨੇਹਾ ਕਿਹਦੇ ਵੱਲੋਂ ਆਇਆ? ਇਹ ਸੁਨੇਹਾ ਇੱਦਾਂ ਜੀ, ਜਿਹੜਾ ਸਾਡਾ ਗੁਰਦੁਆਰਾ ਸਾਹਿਬ ਹੈ ਸਿੱਖ ਗੁਰਦੁਆਰਾ ਪਾਈਨ ਹਿੱਲ, ਇੱਥੋਂ ਦੇ ਜਿਹੜੇ ਪ੍ਰਬੰਧਕ ਹੈ, ਮੈਂ ਤੇ ਇਹ ਗੱਲ ਕਹਿੰਦਾ ਆਮ ਕਰਕੇ ਸਾਡੇ ਸ਼ਿਕਾਇਤ ਹੁੰਦੀ ਵੀ ਗੁਰਦੁਆਰਿਆਂ ਦੇ ਪ੍ਰਬੰਧਕ ਵਧੀਆ ਨਹੀਂ ਹੈਗੇ, ਉਹ ਕੁਝ ਕਰਦੇ ਨਹੀਂ ਹੈ, ਪਰ ਸਾਡਾ ਜਿਹੜਾ ਗੁਰੂ ਘਰ ਹੈ ਦੇ ਪ੍ਰਬੰਧਕ ਬਹੁਤ ਵਧੀਆ ਹੈਗੇ, ਪੜ੍ਹੇ ਲਿਖੇ ਹੈ, ਸਮਝਦਾਰ ਹੈ, ਇਹ ਇਸ ਪਾਸੇ ਦੇ ਵੱਲ ਬਹੁਤ ਉਦਮ ਕਰ ਰਹੇ ਆ। ਹੁਣ ਸਾਡਾ ਪਿਛਲੀ ਗੱਲ ਹੈ, ਇਹ ਅਰਦਾਸ ਤੋਂ ਪਹਿਲਾਂ ਦਾ ਮੈਂ ਥੋੜਾ ਜਿਹਾ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹੁੰਦਾ। ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਹੈ ਇੱਕ ਸੜਕ ਜਿਹੜੀ ਚੱਲਦੀ ਹੈ ਜਿਹਦਾ ਨਾਂ ਸੀ ਦਾ ਨਿਊ ਰੋਡ, ਉਹ ਇਹਨਾਂ ਦੀ ਮਿਹਨਤ ਕਰਕੇ ਇਹਨਾਂ ਨੇ ਇੱਥੇ ਜਿਹੜਾ ਹੈਗਾ ਇੱਥੋਂ ਦੀ ਮਤਲਬ ਜਿਹੜੇ ਗਵਰਨਮੈਂਟ ਦੇ ਵਿੱਚ ਪਹੁੰਚ ਕਰਕੇ ਉਹਦਾ ਨਾਮ ਬਦਲ ਕੇ ਗੁਰਦੁਆਰਾ ਰੋਡ ਰੱਖਿਆ ਗਿਆ। ਇਹ ਵੀ ਇੱਕ ਅਮਰੀਕਾ ਦੇ ਵਿੱਚ ਜਿੱਦਾਂ ਗੁਰਦੁਆਰਾ ਰੋਡ ਰੱਖਿਆ ਜਾਣਾ ਬਹੁਤ ਵੱਡਾ ਜਿਹੜਾ ਹੈਗਾ ਕਾਰਜ ਸੀ ਤੇ ਇਹਦੇ ਵਿੱਚ ਸਾਡੇ ਸਾਰੇ ਪ੍ਰਬੰਧਕਾਂ ਦਾ ਬੜਾ ਭਰਪੂਰ ਸਹਿਯੋਗ ਹੈ। ਪਰ ਇਹਨਾਂ ਦੇ ਵਿੱਚੋਂ ਖਾਸ ਕਰਕੇ ਸਰਦਾਰ ਹਰਜਿੰਦਰ ਸਿੰਘ ਜੀ ਤੇ ਸਰਦਾਰ ਜੁਗਰਾਜ ਸਿੰਘ ਗਰੇਵਾਲ, ਇਹ ਦੋ ਬੰਦੇ ਜਿਹੜੇ ਹੈ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਕਿਉਂਕਿ ਕਾਂਗਰਸਮੈਨਾਂ ਦੇ ਨਾਲ ਗੱਲ ਕਰਨੀ, ਗਾਹਾਂ ਜਾ ਕੇ ਜਿਹੜਾ ਹੈਗਾ ਸਾਰਾ ਇਹ ਪ੍ਰੋਗਰਾਮ ਬਣਾਉਣਾ, ਇਹ ਅਸਲ ਦੇ ਵਿੱਚ ਉਹਨਾਂ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਸੀ। ਤੇ ਇਹਨਾਂ ਦੇ ਨਾਲ ਜਿਹੜੇ ਸਾਥੀ ਹੈਗੇ ਸਰਦਾਰ ਬਜਿੰਦਰ ਸਿੰਘ ਮੁਲਤਾਨੀ, ਸਰਦਾਰ ਭਗਵੰਤ ਸਿੰਘ ਭੱਟੀ, ਡਾਕਟਰ ਗੁਰਦੇਵ ਸਿੰਘ ਢਾਲੀਵਾਲ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਹੈਗੇ, ਸੁਖਵਿੰਦਰ ਸਿੰਘ ਮੁਲਤਾਨੀ ਜਿਹੜੇ ਗੁਰੂ ਘਰ ਦੇ ਕੈਸ਼ੀਅਰ ਹੈ, ਬੀਬੀ ਕੁਲਦੀਪ ਕੌਰ ਸਿੱਕਾ ਗੁਰਦੁਆਰਾ ਸਾਹਿਬ ਦੀ ਸੈਕਟਰੀ ਹੈ ਤੇ ਹੋਰ ਸਾਰੀ ਕਮੇਟੀ, ਇਹਨਾਂ ਦੀ ਸਾਰੀ ਟੀਮ, ਕਿਉਂਕਿ ਮੈਂ ਸਾਰਿਆਂ ਦੇ ਨਾਂ ਜਿਹੜੇ ਹੈ ਉਹ ਨਹੀਂ ਲੈ ਸਕਦਾ ਹੈਗਾ, ਕਾਫੀ ਲੰਬਾ ਹੋ ਜਾਂਦਾ ਹੈ, ਪਰ ਇਹ ਆਪਣਾ ਜਿਵੇਂ ਕਹਿ ਲਈਏ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਅਤੇ ਇਹਨਾਂ ਦੇ ਨਾਲ ਜਿਹੜੇ ਬਾਕੀ ਦੇ ਹੋਰ ਸਿੱਖ ਲੀਡਰ ਹੈਗੇ ਉਹਨਾਂ ਨੇ ਜਿਹੜਾ ਸਾਰਾ ਉਦਮ ਕੀਤਾ ਜੀ।
ਸਾਡੇ ਵੈਸੇ ਤਾਂ ਇਹ ਹੈ ਕਿ ਪਲ ਪਲ ਸਾਡੇ ਜੀਵਨ ਦੇ ਵਿੱਚ ਗੁਰੂ ਸਾਹਿਬ ਨੇ ਸ਼ੁਕਰਾਨਾ ਤੇ ਅਰਜ਼ੋਈ ਅਰਦਾਸ ਜਿਹੜੀ ਆ ਕਰਨ ਦੀ ਸਾਨੂੰ ਜਾਚ ਸਿਖਾਈ ਆ। ਅਰਦਾਸ ਜਿਹੜੀ ਆ ਸਾਨੂੰ ਢਹਿੰਦੀ ਕਲਾ 'ਚ ਜਾਣ ਨਹੀਂ ਦਿੰਦੀ, ਤੇ ਕਿੱਡੀ ਵੀ ਮੁਸੀਬਤ 'ਚ ਫਸੇ ਹੋਈਏ ਅਸੀਂ ਉਹ ਭਾਣਾ ਮਿੱਠਾ ਕਰਕੇ ਮੰਨਦੇ ਹਾਂ ਤੇ ਅੱਗੇ ਵਧਣ ਬਾਰੇ ਸੋਚਦੇ ਹਾਂ, ਨਾ ਕਿ ਢਹਿੰਦੀ ਕਲਾ ਦੇ ਵਿੱਚ ਜਾਂਦੇ ਹਾਂ। ਤੁਸੀਂ US ਹਾਊਸ ਦੇ ਵਿੱਚ ਅਰਦਾਸ ਕਰਨ ਵਾਲੇ ਪਹਿਲੇ ਸਿੱਖ ਬਣਨ ਦਾ ਜਿਹੜਾ ਤੁਹਾਨੂੰ ਮਾਣ ਹਾਸਿਲ ਹੋਇਆ, ਜੇ ਇਹਦੇ ਤਜਰਬੇ ਬਾਰੇ ਪੁੱਛਿਆ, ਵੈਸੇ ਤਾਂ ਮੈਨੂੰ ਐਂ ਲੱਗਦਾ ਕਿ ਇਹ ਸਵਾਲ ਸ਼ਾਇਦ ਨਾ ਵੀ ਕਰਾਂ ਤਾਂ ਵੀ ਇਹਦੇ ਤੋਂ ਅਣਜਾਣ ਕੋਈ ਵੀ ਸਿੱਖ ਨਹੀਂ ਹੋਊਗਾ ਕਿ ਉਹ ਤਜਰਬਾ ਕਿਵੇਂ ਦਾ ਰਿਹਾ। ਸਾਡੇ ਗੁਰੂ ਸਾਹਿਬਾਨਾਂ ਦੀ ਦਿੱਤੀ ਹੋਈ ਸਿੱਖਿਆ ਅਸੀਂ ਹੋਰ ਕਿਤੇ ਸਾਨੂੰ ਜਗ੍ਹਾ ਤੇ ਡਿਲੀਵਰ ਕਰਨ ਦਾ ਮੌਕਾ ਮਿਲ ਰਿਹਾ ਤੇ ਬੜੀ ਮਾਣ ਵਾਲੀ ਗੱਲ ਆ। ਪਰ ਤੁਹਾਡਾ ਨਿੱਜੀ ਤਜਰਬਾ ਕੀ ਸੀ? ਕੀ ਮਹਿਸੂਸ ਹੋ ਰਿਹਾ ਸੀਗਾ? ਮਨ ਦੀਆਂ ਭਾਵਨਾਵਾਂ ਜਿੰਨੀਆਂ ਕਿ ਸਾਡੇ ਨਾਲ ਸਾਂਝੀਆਂ ਕਰ ਸਕੋ। ਮਨ ਦੀਆਂ ਭਾਵਨਾਵਾਂ ਤਾਂ ਇਹ ਜੀ, ਬਸ ਇੱਕੋ ਹੀ ਗੱਲ ਜਿਹੜੀ ਹੈ ਮਨ ਚੋਂ ਬਾਰ-ਬਾਰ ਨਿਕਲ ਰਹੀ ਸੀ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਤੇ ਸੱਚੇ ਪਾਤਸ਼ਾਹ ਨੇ ਜਿਹੜਾ ਇਹ ਮਾਣ ਮੈਨੂੰ ਬਖਸ਼ਿਆ ਹੈਗਾ। ਤੇ ਜਿਹੜਾ ਮੈਂ US ਪਾਰਲੀਮੈਂਟ ਦੇ ਵਿੱਚ ਪੁੱਜਿਆ, ਮਿਹਨਤ ਮੇਰੇ ਇਹਨਾਂ ਸਾਰੇ ਭਰਾਵਾਂ ਦੀ ਹੈਗੀ, ਸਾਰੇ ਸਾਡੇ ਸਿੱਖ ਲੀਡਰਾਂ ਦੀ ਹੈਗੀ, ਜਿਹਦੇ 'ਚ ਸਾਡੇ ਨਹੀਂ ਪੂਰੇ ਅਮਰੀਕਾ ਤੋਂ ਜਿਹੜੇ ਹੈਗੇ ਸਿੱਖ ਲੀਡਰ, ਉਹਨਾਂ ਸਾਰਿਆਂ ਨੇ ਜਿਹੜੀ ਹੈ ਲਗਭਗ ਮਿਹਨਤ ਕੀਤੀ ਹੈ। ਤੇ ਇਸ ਕਰਕੇ ਜਿਹੜਾ ਹੈਗਾ ਜਦੋਂ ਉੱਥੇ ਗਿਆ ਤੇ ਇਹਦੇ 'ਚ ਵਿਲੱਖਣ ਗੱਲ ਇਹ ਸੀ ਬਈ ਆਮ ਕਰਕੇ ਸਾਡੀ ਕਿਰਪਾਨ ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ ਵੀ ਤੁਸੀਂ ਜਹਾਜ਼ 'ਚ ਲੈ ਕੇ ਨਹੀਂ ਜਾ ਸਕਦੇ, ਇੱਧਰ ਨਹੀਂ ਜਾ ਸਕਦੇ। ਪਰ USA ਪਾਰਲੀਮੈਂਟ ਦੇ ਵਿੱਚ ਜਦੋਂ ਮੈਂ ਗਿਆ ਆਂਗਾ ਤੇ ਮੈਂ ਪੂਰਾ ਤੌਰ ਤੇ ਪੰਜੇ ਕਕਾਰ ਪਹਿਨੇ ਆ, ਖਾਸ ਕਰਕੇ ਸ੍ਰੀ ਸਾਹਿਬ ਕਿਰਪਾਨ ਆ ਜਿਹੜੀ ਹੁਣ ਵੀ ਮੈਂ ਪਾਈ ਹੋਈ ਹੈ, ਇਹ ਕਿਰਪਾਨ ਮੈਂ ਉੱਪਰ ਤੋਂ ਪਾ ਕੇ ਗਿਆ। ਤੇ ਇਹਦਾ ਇਹ ਵੀ ਸੁਨੇਹਾ ਇੱਕ ਅਸੀਂ ਦੇਣਾ ਚਾਹੁੰਦੇ ਸੀ ਵੀ ਲੋਕ ਭਾਵੇਂ ਜਿਹੜਾ ਹੈਗਾ ਬਹੁਤ ਜਗ੍ਹਾ ਸਾਨੂੰ ਦੇ ਨਾਲ ਧੱਕਾ ਕੀਤਾ ਜਾਂਦਾ, ਕਕਾਰ ਲਹਾਇਆ ਜਾਂਦਾ ਵੀ ਤੁਸੀਂ ਤਾਂ ਜਾ ਸਕਦੇ ਆ, ਪਰ US ਗਵਰਨਮੈਂਟ ਨੇ ਜਿਹੜਾ ਹੈਗਾ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ। ਉਹਨਾਂ ਨੇ ਆਖਿਆ ਵੀ ਬਿਲਕੁਲ ਸਹੀ ਹੈ, ਜਿਸ ਤਰ੍ਹਾਂ ਤੁਸੀਂ ਆਉਣਾ ਚਾਹੁੰਦੇ ਆ ਆਓ। ਇਹਦੇ ਪਿੱਛੇ ਵੀ ਜਿਹੜੀ ਬਹੁਤੀ ਮਿਹਨਤ ਹੈ ਉਹ ਸਾਡੇ ਸਿੱਖ ਲੀਡਰਾਂ ਦੀ ਹੀ ਹੈ। ਤੇ ਮਾਣ ਇਹ ਸੀ ਵੀ ਉੱਥੇ ਬਹੁਤ ਹੀ ਖੁਸ਼ੀ ਹੋ ਰਹੀ ਸੀ, ਕਿਉਂਕਿ ਹਰ ਬੰਦਾ ਜਿਹੜਾ ਹੈਗਾ ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਸੀ ਸੰਬੰਧਿਤ, ਕਿਸੇ ਵੀ ਦੇਸ਼ ਦੇ ਨਾਲ ਸੰਬੰਧਿਤ, ਕਿਉਂਕਿ ਉੱਥੇ ਆਮ ਬੰਦਾ ਤਾਂ ਜਾ ਨਹੀਂ ਸਕਦਾ ਹੈਗਾ। ਉੱਥੇ ਜਾ ਤੇ ਜਿਹੜੇ ਕਾਂਗਰਸਮੈਨ ਤੇ ਸੈਨੇਟਰ ਸੀ ਉਹ ਸੀਗੇ, ਤੇ ਜਾਂ ਉਹਨਾਂ ਦਾ ਜਿਹੜਾ ਪਾਰਲੀਮੈਂਟ ਦਾ ਸਟਾਫ ਸੀ ਉਹ ਸੀ, ਤੇ ਉਹ ਸਾਰੇ ਬਹੁਤ ਖੁਸ਼ ਹੋ ਰਹੇ ਸੀ। ਤੇ ਮੇਰੇ ਨਾਲ ਜਿਹੜੀਆਂ ਹੈਗੀਆਂ ਉਹਨਾਂ ਨੇ ਤਕਰੀਬਨ ਸਾਰਿਆਂ ਨੇ ਸੈਲਫੀਆਂ ਲਈਆਂ, ਫੋਟੋਆਂ ਖਿਚਾਈਆਂ, ਤੇ ਮੈਂ ਆਪ ਵੀ ਜਿਹੜਾ ਬੜਾ ਭਾਵੁਕ ਹੋ ਰਿਹਾ ਸੀ ਇਹ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨੂੰ ਦੇਖ ਕੇ ਬਈ ਅਸੀਂ ਜਿਹੜਾ ਹੈਗਾ ਜਿੱਥੇ ਅੱਜ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਸਿੱਖੀ ਛੱਡਦਾ ਜਾ ਰਿਹਾ, ਜਾਂ ਸਾਡੇ ਘਰਾਂ 'ਚ ਜਿਹੜੇ ਜੰਮੇ ਪਲੇ ਬੱਚੇ ਆ ਉਹ ਸਿੱਖੀ ਤੋਂ ਦੂਰ ਹੋ ਰਹੇ ਆ, ਕਕਾਰਾਂ ਨੂੰ ਤਿਆਗ ਰਹੇ ਆ, ਪਰ ਇਹਨਾਂ ਲੋਕਾਂ ਦੇ ਵਿੱਚ ਦੇਖੋ ਕਿੰਨਾ ਜਿਹੜਾ ਅਸੀਂ ਇਹ ਖਿੱਚ ਹੈਗੀ ਕਿ ਉਹ ਮੈਨੂੰ ਜਿਹੜਾ ਹੈਗਾ ਮੇਰੇ ਨਾਲ ਸੈਲਫੀਆਂ ਲੈ ਰਹੇ ਆ, ਮੇਰੇ ਨਾਲ ਫੋਟੋਆਂ ਖਿਚਾ ਰਹੇ ਆ। ਇਹ ਸਿਰਫ ਗੁਰੂ ਨਾਨਕ ਦੀ ਬਖਸ਼ਿਸ਼ ਹੀ ਹੈ ਜੀ। ਬਿਲਕੁਲ। ਤੁਸੀਂ ਤਕਰੀਬਨ ਰੋਪੜ ਦੇ ਛੋਟਾ ਜਿਹਾ ਪਿੰਡ ਹੈਗਾ ਚਵਰੇਵਾਲ, ਤੁਸੀਂ ਉੱਥੋਂ ਬਿਲੋਂਗ ਕਰਦੇ ਹੋ ਤੇ ਕੈਨੇਡਾ ਵਾਇਆ ਹੋ ਕੇ ਫਿਰ ਤੁਸੀਂ ਅਮਰੀਕਾ 'ਚ ਪਹੁੰਚਦੇ ਹੋ। ਤੁਹਾਨੂੰ ਲੱਗਦਾ ਹੈ ਕਿ ਇੱਥੋਂ ਦੀ ਬਜਾਏ ਜਦੋਂ ਉੱਥੋਂ ਹਰ ਇੱਕ ਸੰਵਿਧਾਨ ਦੇ ਵਿੱਚ ਇਹ ਗੱਲ ਲਿਖੀ ਜਾਂਦੀ ਹੈ ਕਿ ਧਰਮ ਨਿਰਪੱਖ ਦੇਸ਼ ਆ, ਹਰ ਇੱਕ ਨੂੰ ਆਪਣੇ ਧਰਮ ਨੂੰ ਮੰਨਣ ਦੀ ਬਹੁਤ ਆਜ਼ਾਦੀ ਹੈ, ਆਮ ਤੌਰ ਤੇ ਜਦੋਂ ਵਿਦੇਸ਼ ਦੀਆਂ ਖਬਰਾਂ ਸੁਣੀਦੀਆਂ ਤੇ ਸਾਨੂੰ ਸੁਣਨ ਨੂੰ ਮਿਲ ਜਾਂਦਾ ਕਿ ਨਸਲੀ ਵਿਤਕਰਾ ਹੁੰਦਾ ਜਾਂ ਧਰਮ ਨੂੰ ਦੇਖ ਕੇ ਟਾਰਗੇਟ ਕੀਤਾ ਜਾਂਦਾ ਹੈ। ਕੀ ਲੱਗਦਾ ਹੈ ਕਿ ਉੱਥੋਂ ਦਾ ਪ੍ਰਸ਼ਾਸਨ ਜਾਂ ਉੱਥੋਂ ਦੀਆਂ ਸਰਕਾਰਾਂ ਵੀ ਇਸ ਚੀਜ਼ ਨੂੰ ਸਹਿ ਦਿੰਦੀਆਂ, ਜਾਂ ਫਿਰ ਤੁਹਾਡਾ ਤਜਰਬਾ ਕੀ ਰਿਹਾ? ਦੇਖੋ, ਇਹ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਕੁਝ ਨਾ ਕੁਝ ਸਿਰਫਰੇ ਹਰ ਕੰਟਰੀ 'ਚ ਹੁੰਦੇ ਹੈਗੇ ਜਿਹੜੇ ਨਫ਼ਰਤ ਕਰਦੇ ਆ ਦੂਜੇ ਦੇ ਨਾਲ। ਤੇ ਉਹ ਇਕੱਲਾ ਇਹਨਾਂ ਮੁਲਕਾਂ ਦੀ ਨਾ ਗੱਲ ਕਰੀਏ, ਉਹ ਸਾਡੇ 'ਚ ਵੀ ਬਹੁਤ ਸਾਰੇ ਲੋਕ ਆ ਜਿਹੜੇ ਇੱਕ ਦੂਜੇ ਨੂੰ ਦੇਖ ਕੇ ਨਹੀਂ ਸਹਾਰਦੇ ਆ, ਨਫ਼ਰਤ ਕਰਦੇ ਆ। ਤੇ ਪਰ ਇੱਥੋਂ ਦੇ ਜਿਹੜਾ ਜਿੱਦਾਂ ਕਹਿ ਲਈਏ ਸੰਵਿਧਾਨ ਹੈ, ਇੱਥੋਂ ਦੇ ਜਿਹੜਾ ਸਿਸਟਮ ਹੈ, ਉਹਦੇ ਵਿੱਚ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਹੈਗਾ। ਉਹ ਹਰ ਇੱਕ ਬੰਦੇ ਦਾ ਸਤਿਕਾਰ ਵੀ ਕਰਦੇ, ਹਰ ਇੱਕ ਬੰਦੇ ਨੂੰ ਜਿਹੜਾ ਉਹ ਇਨਸਾਨ ਨੂੰ ਇਨਸਾਨ ਸਮਝਦੇ ਆ, ਹਰ ਇੱਕ ਬੰਦੇ ਦੀ ਜਿਹੜੀ ਆ ਪੂਰੀ ਇੱਜ਼ਤ ਮਾਣ ਤੇ ਪੂਰੀਆਂ ਜਿਹੜਾ ਹੈਗਾ ਉਹ ਕਰਦੇ। ਇਹ ਇੱਕ ਜਿੱਦਾਂ ਕਹਿ ਲਈਏ ਇੱਕ ਬਹੁਤ ਵੱਡਾ ਸੁਨੇਹਾ ਸੀ। ਇੱਕ ਤਾਂ ਇਹਦੇ ਨਾਲ ਜਿਹੜੀ ਸਿੱਖ ਪਛਾਣ ਜੋ ਪਹਿਲਾਂ ਜਿੱਦਾਂ ਸਾਡੇ ਨਾਲ ਪਹਿਲੇ ਕੁਝ ਹਮਲੇ ਵੀ ਹੋਏ ਹੈਗੇ ਤਾਲਿਬਾਨਾਂ ਦੇ ਚੱਕਰ ਦੇ ਵਿੱਚ ਸਾਡੇ ਸਿੱਖ ਭਰਾਵਾਂ ਦੇ ਉੱਤੇ, ਕਿਉਂਕਿ ਉਹਨਾਂ ਨੇ ਸਾਨੂੰ ਉਹ ਸਮਝ ਲਿਆ। ਤੇ ਉਹ ਤੋਂ ਬਾਅਦ ਸਿੱਖ ਅਵੇਅਰਨੈਸ ਕਾਫੀ ਆਈ ਹੈ, ਬਹੁਤ ਸਾਰਾ ਇਸ ਕੰਮ ਤੇ ਵਰਕ ਹੋਇਆ। ਪਰ ਆ ਜਿਹੜਾ US ਪਾਰਲੀਮੈਂਟ ਦੇ ਵਿੱਚ, ਕਿਉਂਕਿ ਇਸ ਜਗ੍ਹਾ ਨੂੰ ਹਰ ਇਨਸਾਨ ਦੇਖਦਾ, ਹਰ ਅਮਰੀਕਨ ਦੇਖਦਾ, ਬਲਕਿ ਵਰਲਡ ਦਾ ਕੱਲਾ ਜੀ ਜਿਹੜਾ ਹੈਗਾ ਉਹ USA ਤੋਂ ਹੋਣ ਵਾਲੀ ਕਾਰਵਾਈ ਦੇ ਵੱਲ ਦੇਖਦਾ। ਇਹਦੇ ਨਾਲ ਸਾਡੀ ਜਿਹੜੀ ਆਇਡੈਂਟੀਟੀ ਹੈ, ਸਾਡੀ ਜਿਹੜੀ ਪਛਾਣ ਹੈ, ਉਹ ਹੋਰ ਨਿਖਰ ਕੇ ਜਿਹੜੀ ਹੈ ਸਾਹਮਣੇ ਆਈ ਹੈਗੀ। ਤੇ ਇਹਦਾ ਜਿਹੜਾ ਇਸ ਪਾਸੇ ਵੀ ਬਹੁਤ ਵੱਡਾ ਲਾਭ ਮਿਲਿਆ ਹੈ। ਸਿੱਖ ਕਮਿਊਨਿਟੀ
ਤੇ ਗਰਮ ਖਿਆਲੀ ਇਹਨੂੰ ਵੀ ਦੋ ਭਾਗਾਂ ਦੇ ਵਿੱਚ ਵੰਡਣ ਦੀ ਜਿਹੜੀ ਕੋਸ਼ਿਸ਼ ਹੋਈ ਹੈ। ਜਿਵੇਂ ਤੁਸੀਂ ਹੁਣੇ ਕਿਹਾ ਕਿ US ਪਾਰਲੀਮੈਂਟ ਦੇ ਵਿੱਚ ਜਾ ਕੇ ਅਰਦਾਸ ਹੋਣੀ ਤੇ ਖਾਸ ਤੌਰ ਤੇ ਉਦੋਂ ਜਦੋਂ ਕੈਨੇਡਾ ਤੇ ਭਾਰਤ ਦੇ ਸਬੰਧ ਜਿਹੜੇ ਆ ਤੜਕਦੇ ਨਜ਼ਰ ਆ ਰਹੇ ਆ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਿੱਖਾਂ ਦੇ ਲਈ ਕਿੰਨੀ ਕੁ ਰਾਹਤ ਵਾਲੀ ਤੇ ਸਿੱਖਾਂ ਦੀ ਛਵੀ ਨੂੰ ਜਿਹੜੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹਦੇ ਵਿੱਚ ਇਹ ਜਿਹੜੀ ਗਤੀਵਿਧੀ ਆ ਇਹ ਕਿੰਨੀ ਕੁ ਵਧੀਆ ਜਾਂ ਫਿਰ ਕਿਵੇਂ ਦੀ ਭੂਮਿਕਾ ਅਦਾ ਕਰ ਸਕਦੀ ਆ? ਇਹ ਬਹੁਤ ਵਧੀਆ ਹੈ ਜੀ। ਇਹਦੇ ਨਾਲ ਜਿਹੜਾ ਹੈਗਾ ਇੱਕ ਸੁਨੇਹਾ ਗਿਆ ਹੈਗਾ ਵੀ ਸਿੱਖ ਜਿਹੜਾ ਹੈਗਾ ਉਹ ਹਰ ਪਾਸੇ ਹਰ ਦਾ ਭਲਾ ਮੰਗਦਾ ਹੈਗਾ। USA ਸੈਨੇਟ ਦੇ ਵਿੱਚ ਉੱਥੇ ਜਿਹੜਾ ਹਾਊਸ ਦੇ ਵਿੱਚ ਜਿਹੜਾ ਹੈਗਾ ਅਸੀਂ ਉਹਨਾਂ ਦਾ ਵੀ ਭਲਾ ਮੰਗਿਆ ਹੈਗਾ ਵੀ ਤੁਸੀਂ ਦੁਨੀਆ ਨੂੰ ਇਨਸਾਫ ਦਿੰਦੇ ਹੋ, ਦੁਨੀਆ ਨੂੰ ਬਦਲਣਾ, ਤੇ ਸਿੱਖ ਦਾ ਤਾਂ ਕੰਮ ਹੀ ਇਹ ਸਰਬੱਤ ਦਾ ਭਲਾ ਮੰਗਦਾ। ਬਾਕੀ ਜਿਹੜਾ ਕਿਸੇ ਬੰਦੇ ਨੇ ਸੋਚਣਾ ਹੈਗਾ ਉਹਨੂੰ ਅਸੀਂ ਰੋਕ ਨਹੀਂ ਸਕਦੇ। ਜਿਹਨੇ ਨੈਗੇਟਿਵ ਸੋਚਣਾ ਉਹ ਨੈਗੇਟਿਵ ਸੋਚੀ ਜਾਏ, ਜਿਹਨੇ ਪੋਜ਼ਿਟਿਵ ਸੋਚਣਾ ਪੋਜ਼ਿਟਿਵ ਸੋਚੀ ਜਾਏ, ਪਰ ਇਹ ਸਾਡੇ ਲਈ ਸਿੱਖਾਂ ਦੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ। ਕਿੱਦਾਂ ਹੋਇਆ ਕਦੀ ਕਿ ਆਮ ਤੌਰ ਤੇ US ਹਾਊਸ ਦੇ ਵਿੱਚ ਪਾਦਰੀ ਆਉਂਦੇ ਆ, ਪ੍ਰੇਅਰ ਕਰਦੇ ਆ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਆ ਕਾਰਵਾਈ ਜਾਂ ਨਵਾਂ ਸੈਸ਼ਨ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਪਹਿਲੀ ਵਾਰੀ ਹੋਇਆ ਕਿ ਸਿੱਖ ਅਰਦਾਸ ਜਿਹੜੀ ਆ ਉੱਥੇ ਹੋਈ, ਕਿ ਇਹ ਤੋਂ ਬਿਨਾਂ ਕਦੇ ਹੋਰ ਵੀ ਤੁਹਾਡੇ ਧਿਆਨ 'ਚ ਆਇਆ ਕਿ ਕਿਸੇ ਹੋਰ ਕਮਿਊਨਿਟੀ ਕਿਸੇ ਹੋਰ ਧਰਮ ਦੇ ਵੱਲੋਂ ਉੱਥੇ ਪ੍ਰੇਅਰ ਹੋਈ ਹੋਵੇ? ਨਹੀਂ, ਮੇਰੇ ਧਿਆਨ 'ਚ ਨਹੀਂ ਹੈ ਹੋਈ ਹੋਵੇ, ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਹੈਗਾ ਕਿ ਮੈਨੂੰ ਪਤਾ ਨਹੀਂ ਹੈ। ਵੈਸੇ ਲਗਭਗ ਮੇਰੇ ਹਿਸਾਬ ਦੇ ਨਾਲ, ਕਿਉਂਕਿ ਜਿਹੜੇ ਕਾਂਗਰਸਮੈਨ ਸੀਗੇ ਡੋਨਲ ਨੌਰਕ੍ਰੌਸ, ਜਿਨ੍ਹਾਂ ਨੇ ਸਾਰਾ ਜਿਹੜਾ ਉੱਥੇ ਮਤਾ ਪੇਸ਼ ਕੀਤਾ ਹੈਗਾ, ਉਹਨਾਂ ਨੇ ਇਹ ਗੱਲ ਲਿਖੀ ਹੈ ਵੀ ਇਹ ਇੱਕ ਮਤਲਬ ਜਿਹੜਾ ਹੈਗਾ ਹਿਸਟੋਰੀਕਲ ਡੇ ਹੈ ਵੀ ਅੱਜ ਪਹਿਲੀ ਵਾਰ ਜਿਹੜਾ ਹੈਗਾ ਉਹ ਮਤਲਬ ਜਿੱਦਾਂ ਕਹਿ ਲਈਏ ਸਿੱਖ ਪ੍ਰੇਅਰ ਹੋਈ ਹੈਗੀ। ਹੋਰ ਕਿਸੇ ਰਿਲੀਜਨ ਦੀ ਹੋਈ ਹੋਵੇਗੀ ਇਹਦੇ ਬਾਰੇ ਮੈਨੂੰ ਗਿਆਨ ਨਹੀਂ ਹੈ। ਇੱਥੇ ਟਰਾਂਸਲੇਸ਼ਨ ਕੀਤੀ ਤੁਸੀਂ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਤੋਂ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ। ਕਿੰਨਾ ਕੁ ਧਿਆਨ ਰੱਖਣਾ ਪਿਆ? ਹਾਲਾਂਕਿ ਹਰ ਇੱਕ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਦੇ ਵਿੱਚ ਕੋਸ਼ਿਸ਼ ਕੀਤੀ ਗਈ ਆ ਕਿ ਟਰਾਂਸਲੇਟ ਕਰਕੇ ਲੋਕਾਂ ਤੱਕ ਜਿਹੜਾ ਸਿੱਖੀਜ਼ਮ ਦਾ ਸੁਨੇਹਾ ਜਿਹੜਾ ਪਹੁੰਚਦਾ ਕੀਤਾ ਜਾਵੇ। ਤੁਹਾਨੂੰ ਇਹਦੇ ਲਈ ਕਿੰਨੀ ਕੁ ਮਿਹਨਤ ਕਰਨੀ ਪਈ ਤੇ ਕੀ ਮਨ ਦੇ ਵਿੱਚ ਕੋਈ ਥੋੜਾ ਬਹੁਤਾ ਨਰਵਸਨੈਸ ਕੁਝ ਸੀ ਮਨ ਦੇ ਵਿੱਚ ਕਿ ਕਿਤੇ ਵੀ ਕੋਈ ਜਿਹੜੀ ਕੁਤਾਹੀ ਨਾ ਹੋ ਜਾਵੇ? ਨਹੀਂ, ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਨ ਤਾਂ ਜਿਹੜਾ ਹੈਗਾ ਡਰਦਾ, ਕਿਉਂਕਿ ਬਹੁਤ ਵੱਡਾ ਕਾਰਜ ਸੀ, ਪੂਰੀ ਦੁਨੀਆ ਨੇ ਜਿਹੜਾ ਹੈਗਾ ਦੇਖਣਾ ਸੀ। ਇਹਦੇ ਲਈ ਮੈਂ ਪਿਛਲੇ 2-2.5 ਮਹੀਨੇ ਤੋਂ ਲਗਾਤਾਰ ਮਿਹਨਤ ਵੀ ਕਰਦਾ ਸੀ। ਹੁਣ ਅੱਜ ਜਿਹੜਾ ਹੈਗਾ ਸਾਰੇ ਪਾਸੇ ਜਦੋਂ ਇਹ ਗੱਲ ਚੱਲ ਰਹੀ ਹੈ ਵੀ ਬਹੁਤ ਵਧੀਆ ਹੋਇਆ, ਬਹੁਤ ਵਧੀਆ ਹੋਇਆ, ਕੋਈ ਮੇਰੀ ਜਿਹੜੀ ਹੈਗੀ ਥੋੜ੍ਹੀ ਬਹੁਤੀ ਢਿੱਲ ਦੇ ਕਾਰਨ ਕਿਤੇ ਉੱਥੇ ਮੈਂ ਥਿੜਕ ਜਾਂਦਾ, ਕੋਈ ਜਿਹੜਾ ਗਲਤ ਮਤਲਬ ਉਚਾਰਨ ਹੋ ਜਾਂਦਾ ਪਰ ਆਪਣੇ, ਤੇ ਉਦੋਂ ਜਿਹੜਾ ਹੈਗਾ ਉਹ ਦੂਜੇ ਪਾਸੇ ਨੂੰ ਵੀ ਇਸੇ ਤਰੀਕੇ ਦੇ ਨਾਲ ਹੋਣਾ ਸੀ ਵੀ ਦੇਖੋ ਇੰਨੀ ਵੱਡੀ ਸਟੇਜ ਤੇ ਜਾ ਕੇ ਐਡੀ ਵੱਡੀ ਗਲਤੀ ਕਰ ਦਿੱਤੀ ਹੈਗੀ। ਇਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੀ ਹੈ ਜੀ, ਹੋਰ ਕੁਝ ਨਹੀਂ। ਮੈਂ ਤੇ ਇਸ ਚੀਜ਼ ਨੂੰ ਮੰਨਦਾ। ਨਾਲ ਉਹਨਾਂ ਨੇ ਤਸਵੀਰਾਂ ਕਰਾਈਆਂ, ਬਹੁਤ ਖੁਸ਼ ਹੋਏ। ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਬਾਣੀ ਤੋਂ ਪ੍ਰਭਾਵਿਤ, ਬਾਣੀ ਦੇ ਨਾਲ ਤਾਂ ਤੁਸੀਂ ਪ੍ਰਭਾਵਿਤ ਕਰ ਹੀ ਲਿਆ, ਗੁਰੂ ਸਾਹਿਬ ਨੇ ਬਖਸ਼ੀ ਹੋਈ ਹੈ ਸਾਨੂੰ ਬਹੁਤ ਖੂਬਸੂਰਤ ਸੁਨੇਹਾ ਜਿਹੜਾ ਸਰਬੱਤ ਦੇ ਭਲੇ ਦਾ ਉਹਦੇ ਵਿੱਚ ਹੈਗਾ ਹੈ, ਪਰ ਤੁਹਾਡੇ ਬਾਣੀ ਤੋਂ ਵੀ ਉਹ ਪ੍ਰਭਾਵਿਤ ਹੋਏ। ਕਿਸ ਤਰ੍ਹਾਂ ਦਾ ਰਿਸਪੌਂਸ ਸੀ ਉਹਨਾਂ ਦਾ? ਕਿਸ ਤਰ੍ਹਾਂ ਦੇ ਪਹਿਲੇ ਸਵਾਲ ਹੋਏ ਜਦੋਂ ਤੁਸੀਂ ਅਰਦਾਸ ਸੰਪੂਰਨ ਕਰਕੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਵਿਚਰਦੇ ਹੋ? ਫੋਟੋਆਂ ਕਰਵਾਈਆਂ ਤੇ ਬਹੁਤ ਕੁਝ ਸਵਾਲ ਵੀ ਉਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਹੋਣੇ। ਕੀ ਤੁਹਾਨੂੰ ਲੱਗਿਆ ਕਿ ਕਿਹੜੀ ਚੀਜ਼ ਦੇ ਲਈ ਜ਼ਿਆਦਾ ਉਤਸੁਕ ਸੀਗੇ ਉਹ ਲੋਕ? ਉਹ ਮੈਂ ਤੇ ਬਸ ਉਹਨਾਂ ਦੇ ਹਾਵ ਭਾਵ ਹੀ ਸਮਝ ਸਕਦਾ ਸੀ ਜੀ, ਜਿੱਦਾਂ ਮਤਲਬ ਮੈਂ, ਕਿਉਂਕਿ ਮੈਨੂੰ ਉਨੀ ਜ਼ਿਆਦਾ ਇੰਗਲਿਸ਼ ਨਹੀਂ ਆਉਂਦੀ ਹੈਗੀ। ਵੈਸੇ ਮੈਂ ਗ੍ਰੈਜੂਏਸ਼ਨ ਕੀਤੀ ਹੈ, ਸਮਝ ਮੈਂ ਲੈਂਦਾ ਹਾਂਗਾ, ਬੋਲਣ ਦੇ ਵਿੱਚ ਹਲੇ ਮੈਨੂੰ ਥੋੜ੍ਹੀ ਫੇਰ ਦਿੱਕਤ ਰਹਿੰਦੀ ਹੈਗੀ। ਵੈਸੇ ਤੇ ਮੈਂ ਲਗਭਗ 15-18 ਸਾਲਾਂ ਤੋਂ ਇਹਨਾਂ ਮੁਲਕਾਂ 'ਚ ਰਹਿੰਦਾ ਹਾਂਗਾ, ਪਰ ਉਹ ਜਿਹੜੀ ਹੁਣ ਉਹਨਾਂ ਦੀ ਇੰਗਲਿਸ਼ ਹੈਗੀ, ਉਹਨਾਂ ਦਾ ਜਿਹੜਾ ਐਕਸੈਂਟ ਵੱਖਰਾ ਹੈਗਾ, ਉਹਨਾਂ ਦੀਆਂ ਪੜ੍ਹਾਈਆਂ ਵੱਖਰੀਆਂ ਹੈਗੀਆਂ। ਜਿਵੇਂ ਹੁਣ ਕੋਈ ਬੰਦਾ ਸਾਡੇ ਪੰਜਾਬੀ ਅਸੀਂ ਪੜ੍ਹ ਤਾਂ ਲੈਂਦੇ ਹਾਂਗੇ, ਪਰ ਜਿਹੜੀ ਸਾਡੀ ਪੇਂਡੂ ਪੰਜਾਬੀ ਹੈ ਜਾਂ ਆਮ ਪੰਜਾਬੀ ਹੈ, ਉਹਨੂੰ ਤਾਂ ਸਾਡੇ ਬੰਦੇ ਜਿਹੜੇ ਸਮਝਣੇ ਔਖੇ ਹੋ ਜਾਂਦੇ ਆ। ਤੇ ਉਹਨਾਂ ਦੇ ਨਾਲ ਜਿਹੜੀ ਆ ਮੈਂ ਥੋੜ੍ਹੀ ਬਹੁਤੀ ਜਿੰਨੀ ਕੁ ਸਮਝਦਾ ਰਿਹਾ ਉਨਾ ਕੁ ਜਿੱਦਾਂ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਕੀਤਾ। ਤੇ ਪਰ ਜਿੱਦਾਂ ਖੁਸ਼ ਬਹੁਤ ਸੀਗੇ ਉਹ ਵੀ, ਉਹ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ, ਉਹਦੇ ਹਾਵ ਭਾਵ ਤੋਂ ਪਤਾ ਲੱਗ ਜਾਂਦਾ ਹੈਗਾ, ਬਹੁਤ ਜ਼ਿਆਦਾ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ। ਕਿਹਾ ਇਹ ਜਾਂਦਾ ਹੈ, ਸਾਡੇ ਵੀ ਜੇ ਮੀਰੀ ਪੀਰੀ ਦੇ ਸਿਧਾਂਤ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਕਿਹਾ ਇਹ ਜਾਂਦਾ ਕਿ ਧਰਮ ਦੀ ਅਗਵਾਈ ਦੇ ਵਿੱਚ ਰਾਜਨੀਤੀ ਜਿਹੜੀ ਆ ਚੱਲ ਸਕਦੀ ਆ, ਪਰ ਧਰਮ ਦੇ ਉੱਤੇ ਰਾਜਨੀਤੀ ਕਦੇ ਹਾਵੀ ਨਹੀਂ ਹੋ ਸਕਦੀ। ਧਰਮ ਨਿਰਪੱਖਤਾ ਦੀ ਗੱਲ ਕਰਦੇ ਹਾਂ ਕਿ ਅਸੀਂ ਆਪਣੇ ਧਰਮ ਨੂੰ ਮੰਨਦੇ ਹੋਏ ਬਾਕੀ ਸਾਰਿਆਂ ਦੇ ਲਈ ਵੀ ਮਾਹੌਲ ਸੁਖਾਵਾਂ ਰੱਖੀਏ ਤੇ ਹਰ ਇੱਕ ਧਰਮ ਦਾ ਆਦਰ ਕਰੀਏ, ਪਰ ਸਾਡੀ ਕਹਿਣੀ ਤੇ ਕਰਨੀ 'ਚ ਫਰਕ ਬਹੁਤ ਆ। ਇਹ ਸਭ ਜਿਸ ਤਰੀਕੇ ਨਾਲ ਉਹਨਾਂ ਨੇ ਸਿੱਖ ਧਰਮ ਨੂੰ ਸਨਮਾਨਿਤ ਕੀਤਾ, ਇੱਕ ਤਰੀਕੇ ਨਾਲ ਕਹਿ ਸਕਦੇ ਹਾਂ, ਹਾਲਾਂਕਿ ਉਹਨਾਂ ਦੀ ਰਾਜਨੀਤੀ ਕਿਸੇ ਵੀ ਤਰੀਕੇ ਨਾਲ ਧਰਮ ਤੋਂ ਪ੍ਰੇਰਿਤ ਨਹੀਂ ਹੁੰਦੀ, ਪਰ ਸਨਮਾਨ ਦੇਣਾ ਕਿੰਨਾ ਕੁ ਫਰਕ ਲੱਗਿਆ ਤੁਹਾਨੂੰ ਉਹਨਾਂ ਦੀ ਕਹਿਣੀ ਤੇ ਕਰਨੀ 'ਚ ਹੈ ਜਾਂ ਨਹੀਂ, ਜਾਂ ਫਿਰ ਉਹਨਾਂ ਤੋਂ ਸਾਨੂੰ ਕੋਈ ਸਿੱਖਣ ਦੀ ਜ਼ਰੂਰਤ ਹੈ? ਦੇਖੋ ਜੀ, ਉਹਨਾਂ ਤੋਂ ਸਿੱਖਣ ਦੀ ਜ਼ਰੂਰਤ ਜਿਹੜੀ ਤੁਸੀਂ ਇਹ ਗੱਲ ਕਹੀ ਬਹੁਤ ਜ਼ਿਆਦਾ ਹੈ,
ਕਿਉਂਕਿ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਅਸੀਂ, ਮੇਰਾ ਇਹ ਫੀਲਡ ਹੈ, ਮੈਂ ਪ੍ਰਚਾਰਕ ਹਾਂ, ਕਥਾਵਾਚਕ ਹਾਂ, ਗੁਰਬਾਣੀ ਦਾ ਅਧਿਐਨ ਕਰਦੇ ਹਾਂ। ਜੋ ਗੱਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾਂ ਗੁਰੂ ਸਾਹਿਬਾਨ ਨੇ ਸਾਡੇ ਲਈ ਕਹੀਆਂ, ਅਸੀਂ ਸਿਰਫ ਉਹਨਾਂ ਗੱਲਾਂ ਨੂੰ ਪੜ੍ਹਦੇ ਹਾਂ ਜਾਂ ਕਹਿੰਦੇ ਹਾਂ। ਹੁਣ ਇਹ ਗੱਲ ਅਸੀਂ ਕਹਿੰਦੇ ਤਾਂ ਹੈ ਸਾਰੇ ਹੀ ਆ ਵੀ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਪਰ ਇਸ ਗੱਲ ਨੂੰ ਜਾਤ ਮੰਨਦੇ ਸਭ ਨਹੀਂ। ਹੈ ਜੀ ਜੀ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ, ਇਹਨੂੰ ਮੰਨਦੇ ਨਹੀਂ ਆ। ਪਰ ਇਹਨਾਂ ਲੋਕਾਂ ਨੇ ਉਹ ਗੱਲਾਂ ਹੂ ਲਾਗੂ ਕੀਤੀਆਂ। ਇਹ ਕਿਸੇ ਦੇ ਨਾਲ ਵਿਤਕਰਾ ਨਹੀਂ ਮੰਨਦੇ। ਹੁਣ ਸਾਡੀ ਜਿਹੜੀ ਕੌਮ ਹੈ, ਸਿੱਖ ਕੌਮ, ਜੇ ਬਾਕੀ ਧਰਮਾਂ ਦੀ ਗੱਲ ਕਰੀਏ, ਗਿਣਤੀ ਦੇ ਵਿੱਚ ਅਸੀਂ ਸਭ ਤੋਂ ਘੱਟ ਆਂਗੇ। ਹਿੰਦੂ ਧਰਮ ਬਹੁਤ ਵੱਡਾ ਹੈ, ਬੁੱਧ ਧਰਮ ਬਹੁਤ ਵੱਡਾ ਹੈ, ਇਸਲਾਮ ਧਰਮ ਬਹੁਤ ਵੱਡਾ ਹੈ, ਕ੍ਰਿਸਚਨ ਬਹੁਤ ਵੱਡਾ ਹੈ। ਅਸੀਂ ਤੇ ਬਿਲਕੁਲ ਜਿਹੜੇ ਥੋੜੇ ਜਿਹੇ ਹੈਗੇ ਗਿਣਤੀ ਦੇ ਵਿੱਚ। ਪਰ ਸਾਡੇ ਰਿਲੀਜਨ ਨੂੰ ਵੀ ਉਹਨਾਂ ਨੇ ਐਡਾ ਵੱਡਾ ਮਾਣ ਦੇਣਾ ਜਾਂ ਉੱਥੇ ਜਿਹੜੀ ਹੈ ਸਿੱਖ ਪ੍ਰੇਅਰ ਕਰਾਣੀ, ਇਹ ਤੋਂ ਸਪਸ਼ਟ ਹੋ ਜਾਂਦਾ ਵੀ ਉਹ ਧਰਮ ਨਿਰਪੱਖ ਲੋਕ ਹੈ, ਉਹ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਹੈ ਤੇ ਹਰ ਇੱਕ ਬੰਦੇ ਦੇ ਜਜ਼ਬਾਤਾਂ ਦੀ ਕਦਰ ਕਰਨ ਵਾਲੇ ਹੈਗੇ। ਤੇ ਇਹ ਗੱਲ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਅਰਦਾਸ ਦੀ, ਮੇਰੀ ਸਿੱਖ ਪ੍ਰੇਅਰ ਦੀ, ਉਹ ਤੋਂ ਬਾਅਦ ਜਿਹੜਾ ਡੋਨਲਡ ਨੌਰਕਰੋਸ ਕਾਂਗਰਸਮੈਨ ਹੈ, ਉਹਨਾਂ ਨੇ ਮੇਰੀ ਐਪਰੀਸ਼ੀਏਸ਼ਨ ਦੇ ਵਿੱਚ ਜਿਹੜੇ 2 ਸ਼ਬਦ ਬੋਲੇ ਹੈਗੇ ਕਮੈਂਟ ਦੇ ਲਈ, ਉਹ ਵੀਡੀਓ ਵੀ ਮੈਂ ਤੁਹਾਨੂੰ ਭੇਜਾਂਗਾ ਜਿੱਦਾਂ ਉਹ। ਤੇ ਉਹਨਾਂ ਨੇ ਉਹਦੇ 'ਚ ਇਹ ਗੱਲ ਸਪੈਸ਼ਲ ਕਹੀ ਹੈ ਵੀ ਜਿਹੜਾ ਸਾਡਾ ਅਮਰੀਕਾ ਹੈ, US ਹੈ, ਅਸੀਂ ਧਰਮ ਨਿਰਪੱਖ ਹਾਂ, ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਇਸ ਵੇਲੇ ਜਦੋਂ ਕੈਨੇਡਾ ਤੇ ਭਾਰਤ ਦੇ ਹਾਲਾਤਾਂ ਜਿਹੜੇ ਹਾਲਾਤ ਹੈਗੇ ਸਾਡੇ ਸਭ ਦੇ ਧਿਆਨ ਦੇ ਵਿੱਚ ਹੈਗੇ ਆ, ਤੇ ਬਿਨਾਂ ਸ਼ੱਕ ਤੁਸੀਂ ਕੈਨੇਡਾ ਤੋਂ ਹੀ ਅੱਗੇ ਜਿਹੜਾ US ਦੇ ਵਿੱਚ ਜਾਂਦੇ ਹੋ, ਕੀ ਲੱਗਦਾ ਹੈ ਕਿ ਬਹੁਤ ਨਿੱਕੀਆਂ ਚੀਜ਼ਾਂ ਤੋਂ ਸਾਡੇ ਬੱਚੇ ਢਹਿੰਦੀ ਕਲਾ ਦੇ ਵਿੱਚ ਚਲੇ ਜਾਂਦੇ ਆ? ਉਮਰ ਦਾ ਬੜਾ ਫਰਕ ਹੈ, ਬੜੀ ਛੋਟੀ ਉਮਰੇ ਚਲੇ ਜਾਣਾ ਤੇ ਫਿਰ ਬਹੁਤ ਜ਼ਿਆਦਾ ਜਿਹੜੇ ਕਹਿ ਸਕਦੇ ਕਿ ਦੇਸ਼ ਲਈ ਬੜੇ ਸੁਪਨੇ ਸਜਾਏ ਹੁੰਦੇ ਆ ਤੇ ਉਦੋਂ ਬਾਅਦ 'ਚ ਕੌੜੀਆਂ ਹਕੀਕਤਾਂ ਦੇ ਸਾਹਮਣੇ ਜਾਂਦੇ ਆ। ਕੀ ਕਹਿਣਾ ਚਾਹੋਗੇ? ਬਹੁਤ ਨਿੱਕੀਆਂ ਚੀਜ਼ਾਂ ਕਿ ਇੱਥੇ ਜਾਣ ਤੋਂ ਪਹਿਲਾਂ ਹੀ ਸਾਨੂੰ ਲੱਗਦਾ ਹੈ ਕਿ ਸਾਨੂੰ ਜਿਹੜੇ ਆ ਵਾਲ ਕਟਵਾ ਦੇਣੇ ਚਾਹੀਦੇ ਆ, ਪੱਗਾਂ ਉਤਾਰ ਦੇਣੀਆਂ ਚਾਹੀਦੀਆਂ, ਉੱਥੇ ਬੜੀ ਦਿੱਕਤ ਆ। ਕੀ ਇੱਦਾਂ ਦੀ ਕੋਈ ਵੀ ਦਿੱਕਤ ਅਸਲ ਦੇ ਵਿੱਚ ਹੈ ਜਾਂ ਫਿਰ ਇਹ ਨਿੱਕੇ ਚੈਲੰਜ ਸਿੱਖ ਕੌਮ ਦੇ ਬੱਚਿਆਂ ਨੂੰ ਢਹਿੰਦੀ ਕਲਾ ਦੇ ਵਿੱਚ ਜਾਣ ਵਾਲੀਆਂ ਚੀਜ਼ਾਂ ਸ਼ੋਭਾ ਦਿੰਦੀਆਂ? ਦੇਖੋ, ਕਿਤੇ ਜਿਹੜੀ ਦਿੱਕਤ ਆਉਂਦੀ ਵੀ ਹੈ, ਪਰ ਬਹੁਤੀ ਕਾਰਨ ਕਿਆ ਹੈ, ਜਦੋਂ ਇੰਡੀਆ ਦੇ ਵਿੱਚ ਵੀ ਜਿਹੜੇ ਨਿਆਣੇ ਪੜ੍ਹਦੇ ਆ, ਜਦੋਂ 9ਵੀਂ 10ਵੀਂ 'ਚ ਜਾਂਦਾ ਹੈ, ਉਹਨੂੰ ਇਹ ਲੱਗਣ ਲੱਗ ਪੈਂਦਾ ਵੀ ਸ਼ਾਇਦ ਬਾਲਾਂ ਕਰਕੇ, ਕੇਸਾਂ ਕਰਕੇ, ਪੱਗ ਕਰਕੇ ਮੈਂ ਸੋਹਣਾ ਨਹੀਂ ਲੱਗਦਾ ਗਾ। ਜਿਹੜੇ 80% ਬੱਚੇ ਆ ਉਹ ਇਸ ਕਰਕੇ ਕੇਸ ਕਟਾ ਦਿੰਦੇ ਆ। ਉਹ ਤੋਂ ਬਾਅਦ ਬਾਹਰ ਜਾਣ ਦੀ ਗੱਲ ਆ ਗਈ, ਉਹਨਾਂ ਕੋਲ ਇੱਕ ਬਹਾਨਾ ਮਿਲ ਜਾਂਦਾ, ਮੈਂ ਬਾਲ ਤਾਂ ਕਟਾ ਰਿਹਾ ਬਾਹਰ ਜਾ ਕੇ। ਦੇਖੋ, ਮੈਨੂੰ ਵੀ ਇੱਥੇ 15-18 ਸਾਲ ਰਹਿੰਦੇ ਨੇ ਹੋ ਗਏ, ਉਹ ਤੋਂ ਪਹਿਲਾਂ 100 ਸਾਲ ਤੋਂ ਸਿੱਖ ਜਿਹੜੇ ਇਹਨਾਂ ਮੁਲਕਾਂ 'ਚ ਰਹਿ ਰਹੇ ਆ, ਤੇ ਕਦੇ ਵੀ ਕੇਸਾਂ ਕਰਕੇ, ਦਸਤਾਰ ਕਰਕੇ ਕੋਈ ਪਰੇਸ਼ਾਨੀ ਨਹੀਂ ਆਉਂਦੀ। ਹਾਂ, ਕਿਤੇ ਮਾੜੀ ਮੋਟੀ ਕੋਈ ਦਿੱਕਤ ਆਉਂਦੀ ਹੈ, ਉੱਥੇ ਸਾਨੂੰ ਸਾਹਮਣਾ ਵੀ ਕਰਨਾ ਚਾਹੀਦਾ ਹੈਗਾ। ਦੂਜੀ ਵੱਡੀ ਗੱਲ ਇਹ ਹੈ ਵੀ ਸਾਡੇ ਬੱਚੇ ਸਿੱਖੀ ਨੂੰ ਪੜ੍ਹਦੇ ਨਹੀਂ ਹੈ, ਗੁਰਮਤ ਨੂੰ ਪੜ੍ਹਦੇ ਨਹੀਂ ਹੈ। ਜਿਹੜਾ ਬੱਚਾ ਗੁਰਬਾਣੀ ਨੂੰ ਵਿਚਾਰੇਗਾ, ਪੜ੍ਹੇਗਾ, ਸਮਝ ਲਏਗਾ, ਉਹਦਾ ਬੰਦ ਤਾਂ ਕੱਟਿਆ ਜਾਊਗਾ, ਉਹ ਸਿੱਖੀ ਤੋਂ ਮੁਨਕਰ ਨਹੀਂ ਹੋਏਗਾ। ਹੁਣ ਇੱਕ ਇੱਥੇ ਦੀ ਮੈਂ ਤੁਹਾਨੂੰ ਘਟਨਾ ਸੁਣਾਉਂਦਾ। ਮੈਨੂੰ ਇੱਕ ਡਾਕਟਰ ਸਾਹਿਬ ਮਿਲਦੇ ਆ, ਉਹਨਾਂ ਨੇ ਗੱਲ ਸੁਣਾਈ ਹੈ। ਉਹ 1960-65 ਦੇ ਵਿੱਚ ਇੰਡੀਆ ਤੋਂ ਇੱਥੇ ਆਏ, ਅਮਰੀਕਾ ਆਏ। ਉਹ ਕਹਿੰਦੇ ਮੈਂ ਆਪਣੀ ਇੰਟਰਵਿਊ ਦੇਣ ਦੇ ਲਈ ਜਦੋਂ ਗਿਆ ਐਜ਼ ਏ ਡਾਕਟਰ, ਉਹਨਾਂ ਦੇ ਬੌਸ ਨੇ ਜਿਹਨੇ ਇੰਟਰਵਿਊ ਲਈ, ਉਹ ਕਹਿਣ ਲੱਗਾ ਵੀ ਤੈਨੂੰ ਤਾਂ ਮੈਂ ਜੌਬ ਦੇਣੀ ਹੈ ਜੇ ਤੂੰ ਦਾੜੀ ਕੇਸ ਘਟਾ। ਤੇ ਉਹ ਧੜਕ ਔਰ ਨਿਝਿਜਕ ਹੋ ਕੇ ਕਿਹਾ ਵੀ ਮੈਂ ਜੌਬ ਕੇਸਾਂ ਤੇ ਦਾੜੀ ਨਾਲ ਹੀ ਕਰਨੀ ਹੈ, ਜੇ ਤੁਸੀਂ ਮੈਨੂੰ ਕੱਟਣ ਲਈ ਕਹਿੰਦੇ ਆ ਤੇ ਮੈਨੂੰ ਇਹ ਜੌਬ ਦੀ ਲੋੜ ਨਹੀਂ, ਮੈਂ ਹੋਰ ਜੌਬ ਲੱਭ ਲਵਾਂਗਾ। ਤੇ ਉਹ ਬੰਦੇ ਨੇ ਕਿਹਾ ਵੀ ਦੇਖੋ ਜੌਬ ਹੈ, ਇਹ ਹਸਪੀਟਲ ਦੀ ਬੰਦਾ ਛੱਡ ਰਿਹਾ। ਉਹ ਕਹਿੰਦੇ ਮੈਂ ਇੰਨੀ ਗੱਲ ਕਹਿ 4 ਦਿਨ ਬਾਅਦ ਉਹਨਾਂ ਦੀ ਕਾਲ ਆਈ ਵੀ ਨਹੀਂ, ਤੁਸੀਂ ਆ ਕੇ ਡਿਊਟੀ ਜੁਆਇਨ ਕਰੋ। ਹੁਣ ਜਦੋਂ ਉਹਨੇ ਜਾ ਕੇ ਡਿਊਟੀ ਵਾਪਸ ਜੁਆਇਨ ਕੀਤੀ, ਕਿਉਂਕਿ ਉਹਨਾਂ ਨੇ ਕੰਮ ਬੜਾ ਵਧੀਆ ਕੀਤਾ, ਉਹੀ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਸੀ ਵੀ ਤੁਸੀਂ ਕੇਸ ਦਾੜੀ ਕਟਾ ਕੇ ਆਓ, ਮੈਂ ਤੁਹਾਨੂੰ ਤਾਂ ਰੱਖਣਾ ਹੈ, ਮਹੀਨੇ 1.5 ਮਹੀਨੇ ਦੇ ਬਾਅਦ ਉਹ ਕਹਿਣ ਲੱਗੇ, ਮੈਨੂੰ ਸ਼ਾਬਾਸ਼ ਦੇਣ ਲੱਗਿਆ ਮੇਰਾ ਕੰਮ ਦੇਖ ਕੇ ਤੇ ਜਿਹੜਾ ਮੇਰੇ ਪ੍ਰਤੀ ਮੇਰਾ ਕਰੈਕਟਰ ਦੇਖ ਕੇ, ਵੀ ਜੇ ਤੇਰੇ ਵਰਗੇ ਹੋਰ ਵੀ ਕੋਈ ਹੈਗੇ ਆ ਨਾ, ਮਤਲਬ ਕੋਈ ਹੋਰ ਬੰਦਾ ਵੀ ਹੈ ਜਿਹਦੇ ਕੇਸ ਦਾੜੀ ਰੱਖੇ ਹੋਣ, ਉਹਨੂੰ ਜੌਬ ਦੀ ਲੋੜ, ਉਹਨੂੰ ਵੀ ਤੂੰ ਨਾਲ ਲੈ ਕੇ ਆ, ਮੈਂ ਉਹਨੂੰ ਵੀ ਜੌਬ ਦੇਣ ਲਈ ਤਿਆਰ ਹਾਂ। ਹੁਣ ਇੱਥੇ ਸਾਡੇ ਕਿਰਦਾਰ ਦੀ ਗੱਲ ਆ ਜਾਂਦੀ ਹੈ ਵੀ ਅਸੀਂ ਜਦੋਂ ਅਸੀਂ ਗੁਰੂ ਦਾ ਬਾਣਾ ਧਾਰਨ ਕੀਤਾ ਤਾਂ ਸਾਡੀ ਰਿਸਪੌਂਸਿਬਿਲਿਟੀ ਜਿਹੜੀ ਆ ਉਹ ਵੀ ਆਮ ਬੰਦੇ ਨਾਲੋਂ ਵੱਧ ਹੈਗੀ। ਤੇ ਦਿੱਕਤ ਜਿਹੜੀ ਆ ਕੋਈ ਨਹੀਂ ਹੈ ਕਿ ਕੱਲੀ ਟੁੱਚਰ ਹੈਗੀ ਸਿਰਫ ਬਈ ਬਾਹਰ ਜਾ ਕੇ ਜੀ ਕੇਸਾਂ ਦੀ ਦਿੱਕਤ ਆਉਂਦੀ ਹੈ। ਕਦੋਂ ਦਿੱਕਤ ਆਉਂਦੀ? ਹੁਣ ਇਹਦੇ ਨਾਲੋਂ ਵੱਡੀ ਹੋਰ ਉਦਾਹਰਨ ਕਿਆ ਹੋ ਸਕਦੀ ਹੈ? ਕੈਨੇਡਾ ਦੇ ਟਰੂਡੋ ਗਵਰਨਮੈਂਟ ਦੇ ਵਿੱਚ 5 ਜਿਹੜੇ ਆਪਣੇ ਮੰਤਰੀ ਹੈਗੇ ਉਹ ਸਿੱਖ ਹੈਗੇ, ਉਹਨਾਂ ਨੇ ਕੇਸ ਦਾੜੀਆਂ ਰੱਖੀਆਂ ਵੀ ਹੈਗੀਆਂ, ਤੇ ਆਮ ਬੰਦੇ ਨੂੰ ਫਿਰ ਕਿੱਦਾਂ ਦਿੱਕਤ ਆ ਸਕਦੀ ਹੈ ਜੀ?
ਇਹ ਮੈਂ ਤੁਹਾਡੇ ਇਸੇ ਵਿਸ਼ੇ ਦੇ ਉੱਤੇ ਨਾਲ ਥੋੜਾ ਜਿਹਾ ਹਟਵਾਂ ਇੱਕ ਹੋਰ ਸਵਾਲ ਕਰ ਲੈਣਾ ਚਾਹੁੰਦੀ ਆ। ਬਹੁਤ ਰੋਜ਼ ਵਾਂਗੂ ਅਸੀਂ ਖਬਰਾਂ ਦੇਖਦੇ ਹਾਂ, ਸਾਡੇ ਬੱਚੇ ਉੱਥੇ ਮਾੜੀਆਂ ਚੀਜ਼ਾਂ ਦਾ ਸ਼ਿਕਾਰ ਹੋ ਰਹੇ ਆ, ਬੁਰੇ ਤਜਰਬਿਆਂ ਤੋਂ ਡਰਦੇ ਹੋਏ ਕਦੀ ਨਸ਼ੇ 'ਚ ਪੈਂਦੇ ਆ, ਕਦੀ ਕੁਝ। ਹਰ ਰੋਜ਼ ਵਾਂਗੂ ਇੱਕ ਤੋਂ ਦੋ ਜਿਹੜੀਆਂ ਖਬਰਾਂ ਅਸੀਂ ਸੁਣ ਰਹੇ ਹਾਂ ਕਿ ਸਾਡੇ ਬੱਚੇ ਗਿਆ ਨੂੰ ਕੁਝ ਵਕਤ ਹੋਇਆ, ਉਮਰਾਂ ਬੜੀਆਂ ਛੋਟੀਆਂ ਤੇ ਉਹਨਾਂ ਦੀ ਡੈਥ ਹੋ ਜਾਂਦੀ ਆ। ਤੇ ਇੱਥੇ ਵੀ ਹੋਇਆ ਕਿ ਇੱਕ ਬੱਚੇ ਦੀ ਡੈਥ ਦੀ ਖਬਰ ਸੁਣ ਕੇ ਮਹੀਨਾ ਪਹਿਲਾਂ ਗਿਆ ਸੀ ਤੇ ਮਾਂ ਵੀ ਪਿੱਛੇ ਸੁਸਾਈਡ ਕਰ ਲੈਂਦੀ ਆ। ਕਿੰਨੀ ਕੁ ਅਗਵਾਈ ਲੈ ਸਕਦੇ ਹਾਂ ਕਿ ਕਈ ਵਾਰੀ ਇਹ ਵੀ ਹੁੰਦਾ ਕਿ ਜੇ ਕੋਈ ਬੱਚਾ ਸੰਪੂਰਨ ਰੂਪ ਦੇ ਵਿੱਚ ਪਹਿਰਾਵਾ ਜਾਂ ਸਾਡਾ ਜਿਹੜਾ ਇੱਕ ਪਹਿਰਾਵਾ ਹੈ ਉਹਨੂੰ ਧਾਰਨ ਨਹੀਂ ਕਰ ਪਾਉਂਦਾ ਤੇ ਕਈ ਵਾਰੀ ਉਹ ਵੱਡਿਆਂ ਦੇ ਵੱਲੋਂ ਬੜਾ ਡੀਮੋਟੀਵੇਟ ਕਰ ਦਿੱਤਾ ਜਾਂਦਾ ਕਿ ਸ਼ਾਇਦ ਤੂੰ ਸਿੱਖ ਹੀ ਨਹੀਂ ਆ, ਤੇ ਉਹ ਚੀਜ਼ਾਂ ਨੂੰ ਲੈ ਕੇ ਵੀ ਉਹ ਬਿਲਕੁਲ ਹੀ ਪਾਸੇ ਹੋ ਜਾਂਦਾ। ਇਹਦੇ ਵਿੱਚ ਸਾਡੇ ਵੱਡੇ ਜਿਹੜੇ ਹੈਗੇ ਆ ਉਹ ਜਾਂ ਸਿੱਖ ਧਰਮ ਦੇ ਅਗਵਾਈ ਕਰਤਾ ਉਹ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰ ਸਕਦੇ ਆ, ਤੇ ਬੱਚੇ ਚੜ੍ਹਦੀ ਕਲਾ ਦਾ ਸੰਕਲਪ ਕਿੰਨਾ ਕੁ ਗ੍ਰਹਿਣ ਕਰ ਸਕਦੇ ਆ ਇਸ ਮਸਲੇ ਦੇ ਵਿੱਚ, ਖਾਸ ਤੌਰ ਤੇ ਜਦੋਂ ਉਹ ਉੱਥੇ ਬਹੁਤ ਸਾਰੀਆਂ ਦੁਸ਼ਵਾਰੀਆਂ ਉਹਨਾਂ ਨੂੰ ਦਰਪੇਸ਼ ਨੇ ਔਰ ਹਰ ਇੱਕ ਚੀਜ਼ ਦੇ ਤੋਂ ਨੈਗੇਟਿਵਿਟੀ ਉਹਨਾਂ ਨੂੰ ਮਿਲ ਰਹੀ ਆ। ਸੋ ਵੱਡੇ ਜਿਹੜੇ ਕਿਵੇਂ ਅਗਵਾਈ ਕਰ ਸਕਦੇ ਆ ਤੇ ਬੱਚੇ ਕਿਵੇਂ ਲੈ ਸਕਦੇ ਆ ਗੁਰੂ ਸਾਹਿਬ ਤੋਂ ਆਪਣੇ ਆਪ ਨੂੰ ਪੂਰੀ ਤਾਕਤ? ਦੇਖੋ ਜੀ, ਇਹਦੇ 2-3 ਰੀਜ਼ਨ ਹੈਗੇ। ਜਦੋਂ ਮੈਂ ਕੈਨੇਡਾ ਦੇ ਵਿੱਚ ਮੈਂ ਉੱਥੇ ਬਤੌਰ ਹੈਡ ਗ੍ਰਾਂਥੀ 4-5 ਸਾਲ ਰਿਹਾ ਹਾਂਗਾ, ਸਾਡੇ ਕੋਲ ਜਿਹੜੇ ਆ ਉੱਥੋਂ ਦੇ ਸਾਡੇ ਗੁਰੂ ਘਰ ਦੇ ਪ੍ਰਬੰਧਕ ਸੀ, ਉਹ ਵੀ ਬੜੇ ਨਾਈਸ ਤੇ। ਜਿਹੜੇ ਬੱਚੇ ਇੰਡੀਆ ਤੋਂ ਆਉਂਦੇ ਸੀ, ਜਿਨ੍ਹਾਂ ਦੀ ਇੱਥੇ ਕੋਈ ਰਿਸ਼ਤੇਦਾਰੀ ਨਹੀਂ ਹੈ, ਜਿਨ੍ਹਾਂ ਨੂੰ ਕੋਈ ਸਾਂਭਣੇ ਵਾਲਾ ਨਹੀਂ ਹੈ, ਉਹਨਾਂ ਵੱਲੋਂ ਇਹ ਸਪੈਸ਼ਲ ਕਹੀ ਗਈ ਸੀ ਗੱਲ ਵੀ ਉਹਨਾਂ ਨੂੰ ਅਸੀਂ ਗੁਰੂ ਘਰ ਰੱਖਣਾ ਗਾ, ਮਹੀਨੇ 2 ਮਹੀਨੇ ਇੱਥੇ ਰਹਿਣ, ਇੱਥੋਂ ਕਾਲਜ ਜਾਣ, ਇੱਥੇ ਰੋਟੀ ਪਾਣੀ ਖਾਣ, ਇੱਥੇ ਰਿਹਾਇਸ਼ ਰੱਖਣ। ਜਦੋਂ ਮਹੀਨੇ 2 ਮਹੀਨੇ ਦੇ ਵਿੱਚ ਬੱਚਾ ਸੈੱਟ ਹੋ ਜਾਂਦਾ ਗਾ, ਉਸ ਤੋਂ ਬਾਅਦ ਉਹ ਆਪਣਾ ਆਪਣਾ ਅਪਾਰਟਮੈਂਟ ਲੈ ਲੈਣ, ਕਮਰਾ ਲੈ ਲੈਣ, ਰੂਮ ਰਹਿਣ। ਤੇ ਇਹ ਗੱਲ ਜਿਹੜੀ ਹੈ ਆਪਣੇ ਕੈਨੇਡਾ ਦੇ ਵਿੱਚ ਸਿੱਖ ਲਹਿਰ ਸੈਂਟਰ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਮੈਂ ਸੀ, ਉੱਥੇ ਪ੍ਰੈਜ਼ੀਡੈਂਟ ਸੀਗੇ ਮਨਜੀਤ ਸਿੰਘ ਮੰਗਟ, ਤੇ ਉਹ ਆਪ ਖੁਦ ਵੀ ਬਹੁਤ ਪੜ੍ਹੇ ਲਿਖੇ ਆ, ਜੱਜ ਰਹੇ ਹੈਗੇ ਕੈਨੇਡਾ ਦੇ ਵਿੱਚ। ਅੱਜ ਕੱਲ੍ਹ ਲੋਕ ਆਪਣੇ ਵਕੀਲ ਹੈਗੇ, ਹੁਣ ਪ੍ਰੈਕਟਿਸ ਕਰਦੇ ਹੈਗੇ, ਜਿੱਦਾਂ ਲਾਇਰ ਹੈਗੇ। ਤੇ ਸੁਲੱਖਣ ਸਿੰਘ ਅਟਵਾਲ ਚੇਅਰਮੈਨ ਸੀਗੇ ਉਸੇ, ਤੇ ਉਹ 1956 ਤੋਂ ਮਤਲਬ ਜਿੱਦਾਂ ਬਾਹਰ ਹੈਗੇ, ਪਹਿਲਾਂ ਇੰਗਲੈਂਡ ਰਹੇ ਆ, ਫਿਰ ਇੱਥੇ। ਉਹ ਇਹ ਜਿਹੜੇ ਲੋਕ ਸੀ, ਇਹਨਾਂ ਨੇ ਬਹੁਤ ਹੈਲਪ ਕੀਤੀ ਹੈਗੀ। ਤੇ ਸਟੂਡੈਂਟ ਸਾਡੇ ਕੋਲ ਜਿਹੜੇ ਆਉਂਦੇ ਸੀ, ਜਿਹੜੀ ਸਟੂਡੈਂਟਾਂ ਦੇ ਵਿੱਚ ਗੱਲ ਹੈ ਨਸ਼ਿਆਂ ਦੀ ਜਾਂ ਦੂਜੀ ਤੀਜੀ ਹੈ, 2 ਸਟੂਡੈਂਟ ਆਉਂਦੇ ਆ। ਇੱਕ ਤਾਂ ਪੜ੍ਹਨ ਦੇ ਲਈ, ਜਿਹੜੇ ਪੜ੍ਹਨ ਦੇ ਲਈ ਆਉਂਦੇ ਆ ਨਾ, ਉਹ ਪੜ੍ਹ ਕੇ ਇੱਥੇ ਮਿਹਨਤ ਕਰਦੇ ਆ, ਪੜ੍ਹਦੇ ਆ, ਕੰਮਾਂ ਕਾਰਾਂ ਤੇ ਜਾਂਦੇ ਆ ਤੇ ਵੈਲ ਸੈਟਲਡ ਹੁੰਦੇ ਆ। ਇੱਕ ਬੱਚੇ ਜਿਹੜੇ ਆ ਹੁਣ ਬਹੁਤਾ ਜਿੱਦਾਂ ਚੱਲ ਪਿਆ ਹੈਗਾ, ਜਿਹੜੇ ਇੰਡੀਆ ਦੇ ਵਿੱਚੋਂ ਵਿਗੜੇ ਵੇ ਆਉਂਦੇ ਆ, ਜਿਹੜੇ ਇੰਡੀਆ ਦੇ ਵਿੱਚ ਨਸ਼ਿਆਂ 'ਚ ਪੈ ਗਏ ਆ, ਇੰਡੀਆ ਦੇ ਵਿੱਚ ਗਲਤ ਕੰਮ ਕਰਦੇ ਆ। ਪੇਰੈਂਟਸ ਕਿਆ ਸੋਚਦੇ ਹੈਗੇ ਉਹਨਾਂ ਦੇ ਵਿੱਚ, ਚਲੋ ਜੀ ਰੁਪਈਏ ਲਾ ਦਿਓ 10-20 ਲੱਖ, ਇਹਨੂੰ ਕੈਨੇਡਾ ਭੇਜ ਦਿਓ, ਉੱਥੇ ਜਾ ਕੇ ਜਿਹੜਾ ਹੈ ਸੁਧਰ ਜਾਊਗਾ, ਉੱਥੇ ਜਾ ਕੇ ਸੈੱਟ ਹੋ ਜਾਊਗਾ। ਤੇ ਹੁਣ ਪੈਸੇ ਜਿਹੜੇ ਹੈਗੇ ਪਿੱਛੋਂ ਵੀ ਮੰਗਾਈ ਜਾਂਦੇ ਹੈਗੇ, ਇੱਥੇ ਪੈਂਦੇ। ਉਹਨਾਂ ਦੀ ਸੰਗਤ ਪਹਿਲਾਂ ਹੀ ਗਲਤ ਹੈਗੀ, ਠੀਕ ਹੈ ਨਾ। ਉਹ ਇੱਥੇ ਆ ਕੇ ਹੋਰ ਵੀ ਨਾਲ ਚਾਹੁਣ ਨੂੰ ਗਲਤ ਕਰ ਦਿੰਦੇ ਹੈਗੇ। ਇਸ ਤਰ੍ਹਾਂ ਦਾ ਜਿਹੜਾ ਰੁਝਾਨ ਹੈ ਇਹ ਖਤਰਨਾਕ ਹੈ। ਵੱਡਿਆਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਵੀ ਜਿਹੜੇ ਬੱਚੇ ਆ ਰਹੇ ਆ, ਬੱਚੇ ਚੰਗੇ ਆ, ਉਹਨਾਂ ਜਿਹਨੂੰ ਹੈਲਪ ਦੀ ਲੋੜ ਹੈ ਉਹਦੀ ਹੈਲਪ ਕਰਨ, ਤੇ ਤਾਂ ਕਿ ਉਹ ਬੱਚਾ ਜਿਹੜਾ ਸੈੱਟ ਹੋ ਜਾਏ। ਤੇ ਉਹ ਸਿੱਖੀ 'ਚ ਵੀ ਤਾਂ ਹੀ ਜਿਹੜਾ ਹੈਗਾ ਆਏਗਾ, ਜੇ ਅਸੀਂ ਐਜ ਏ ਸਿੱਖ ਵੀ ਜਿੱਦਾਂ ਕਹਿ ਲਈਏ ਗੁਰੂ ਘਰਾਂ ਵੱਲੋਂ ਜਾਂ ਜਿਹੜੀਆਂ ਸਾਡੀਆਂ ਸਭਾ ਸੁਸਾਇਟੀਆਂ ਉਹਨਾਂ ਵੱਲੋਂ ਉਹਨਾਂ ਦੀ ਹੈਲਪ ਕਰਾਂਗੇ, ਮਦਦ ਕਰਾਂਗੇ। ਤੇ ਦੂਜੀ ਗੱਲ ਇਹ ਹੈ ਵੀ ਸਾਨੂੰ ਮਾੜੀ ਮਾੜੀ ਗੱਲ ਤੇ ਜਿਹੜਾ ਇਤਰਾਜ਼ 'ਚ ਵੀ ਨਹੀਂ ਆਉਣਾ ਚਾਹੀਦਾ, ਕਿਉਂਕਿ ਸੱਚੇ ਪਾਤਸ਼ਾਹ ਜਿਹੜਾ ਹੈਗਾ ਕਈ ਵਾਰੀ ਸਿੱਖ ਦਾ ਸਿਦਕ ਵੀ ਦੇਖਦਾ। ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਸਿੱਖ ਨੂੰ ਜਿਹੜਾ ਆਪਣਾ ਸਿਦਕ ਵੀ ਨਹੀਂ ਚਾਹੀਦਾ। ਜੇ ਕਿਤੇ ਕੋਈ ਕਠਿਨਾਈ ਆਉਂਦੀ ਆ, ਉਹਦਾ ਕਠਿਨਾਈ ਦਾ ਸਾਹਮਣਾ ਕਰਨਾ ਚਾਹੀਦਾ ਜੀ, ਕਿਉਂਕਿ ਜਦੋਂ ਅਸੀਂ ਇਤਿਹਾਸ ਉਹਨਾਂ ਦਾ ਸੁਣਾਉਂਦੇ ਹਾਂ ਜਿਨ੍ਹਾਂ ਨੇ ਬੰਦ ਕਟਾ ਲਿਆ ਸਿੱਖੀ ਵਾਸਤੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਜੇ ਸਾਨੂੰ ਇੱਕ ਅੱਧੀ ਜੌਬ ਤੇ ਕਿਤੇ ਜਿਹੜੀ ਆ ਜਵਾਬ ਮਿਲ ਵੀ ਗਿਆ, ਅਸੀਂ ਹੋਰ ਲੱਭ ਲਾਂਗੇ, ਜਾਂ ਜੌਬ ਨਾ ਵੀ ਲੱਭੂਗੀ ਕੋਈ ਹੋਰ ਕੰਮ ਕਰ ਲਾਂਗੇ। ਅਸੀਂ ਜੌਬ ਕਰਕੇ ਸਿੱਖੀ ਨਾ ਛੱਡੀਏ, ਇੰਨੀ ਕੁ ਦਿੱਕਤ ਆਉਣ ਤੇ ਸਿੱਖੀ ਨਾ ਛੱਡੀਏ। ਆਖਰੀ ਇਹ ਸਵਾਲ ਗੱਲ ਹੈ ਜਿਹੜੀ ਹੈ ਤੁਹਾਨੂੰ ਕਿ ਮੈਂ ਤੁਹਾਡੀ ਆਈਡੀ ਚੈੱਕ ਕਰ ਰਹੀ ਸੀ ਤੇ ਬਹੁਤ ਸਾਰੀਆਂ ਮੁਬਾਰਕਾਂ। ਤੇ ਇਹ ਹੁੰਦਾ ਹੈ ਕਿ ਜਦੋਂ ਗੁਰੂ ਸਾਹਿਬ ਕੋਈ ਇਹੋ ਜਿਹੀ ਮਾਣਮੱਤੀ ਸੇਵਾ ਲੈਣ ਤੇ ਹਰ ਇੱਕ ਦਾ ਕੋਸ਼ਿਸ਼ ਹੁੰਦੀ ਹੈ ਕਿ ਹੁਣ ਜ਼ਰੂਰ ਦੱਸ ਦਈਏ ਕਿ ਸਾਡਾ ਇਹਨਾਂ ਨਾਲ ਲਿੰਕ ਹੈ, ਤੇ ਸਾਡੇ ਸਿੰਘ ਸਾਹਿਬ, ਸਾਡੇ ਭਾਈ ਸਾਹਿਬ ਜਿਨ੍ਹਾਂ ਨੇ ਇਹ ਮਾਣ ਹਾਸਿਲ ਕੀਤਾ। ਪਿੰਡ ਦੇ ਵਿੱਚੋਂ ਕਿਵੇਂ ਦਾ ਰਿਸਪੌਂਸ ਮਿਲਿਆ, ਜਾਂ ਪੰਜਾਬ ਤੋਂ ਬੜੇ ਸੁਨੇਹੇ ਗਏ ਹੋਣਗੇ, ਬੜੀਆਂ ਫੋਨ ਕਾਲਸ ਆਈਆਂ ਹੋਣਗੀਆਂ, ਕਿਵੇਂ ਦੇ ਸੁਨੇਹੇ ਮਿਲੇ ਤੇ ਕਿਹੜਾ ਸੁਨੇਹਾ ਜਿਹੜਾ ਤੁਹਾਨੂੰ ਹਜੇ ਤੱਕ ਯਾਦ ਹੈ ਕਿ ਆ ਨਹੀਂ ਸੀ ਮੈਂ ਸੋਚਿਆ ਤੇ ਇਹ ਵੀ ਮੈਨੂੰ ਜਿਹੜੀ ਆ ਸੋਬਤ ਮਿਲ ਗਈ ਹੈ? ਦੇਖੋ, ਪਿੰਡ ਵਾਲੇ ਜਿਹੜੇ ਸੁਨੇਹੇ ਆ ਮੈਂ ਕੁਝ ਵੀ ਨਹੀਂ ਤਾਂ ਸੋਚਿਆ। ਪਿੰਡ ਜਿਹੜਾ ਹੈਗਾ, ਪਿੰਡ ਦਾ ਮੈਨੂੰ ਬਾਅਦ 'ਚ ਹੀ ਪਤਾ, ਜਿਹੜਾ ਹੈਗਾ ਮੈਨੂੰ ਖੁਦ ਨੂੰ ਵੀ ਬਾਅਦ 'ਚ ਪਤਾ ਲੱਗਾ। ਪਿੰਡ ਦੇ ਵਿੱਚ ਸਾਡੇ 'ਚ ਇੱਕ ਮੇਲੇ ਦੀ ਤਰ੍ਹਾਂ ਮਾਹੌਲ ਬਣਿਆ ਵਾ ਸੀ। ਉੱਥੇ ਪੱਤਰਕਾਰ ਸਹਿਬਾਨ ਵੀ ਜਿਹੜੇ ਗਏ ਆ, ਸਾਡੇ ਘਰ ਵੀ ਜਿਹੜਾ ਮੇਰਾ ਛੋਟਾ ਬ੍ਰਦਰ ਇੰਡੀਆ 'ਚ ਰਹਿੰਦਾ ਹੈਗਾ, ਤੇ ਸਾਰੇ ਜਿਹੜਾ ਪਿੰਡ ਇਕੱਠਾ ਹੋ ਕੇ ਜਿਹੜਾ ਹੈਗਾ ਆਇਆ, ਉਹ ਮੇਰੀ ਜਗ੍ਹਾ ਚਲੋ ਫਿਰ ਉਹਨਾਂ ਨੂੰ
ਸਨਮਾਨ ਹੈਗਾ। ਮੈਂ ਆਪਣੇ ਪਿੰਡ ਦਾ ਜਿਹੜਾ ਉਹ ਖਾਸ ਕਰਕੇ ਰਿਣੀ ਆ, ਧੰਨਵਾਦੀ ਆ। ਤੇ ਕਿਉਂਕਿ ਜੇ ਤੁਹਾਡੇ ਘਰ ਦੇ ਵਿੱਚ ਇੱਜ਼ਤ ਨਹੀਂ ਨਾ ਹੈ ਤੇ ਬਾਹਰ ਵਾਲੀ ਜਿਹੜੀ ਹੈ ਉਹ ਫਿਰ ਕੋਈ ਮਾਇਨੇ ਨਹੀਂ ਰੱਖਦੀ ਹੈ। ਤੇ ਮੇਰਾ ਪਿੰਡ ਜਿਹੜਾ ਹੈਗਾ ਇਹ ਮਤਲਬ ਕਹਿ ਲਈਏ ਵੀ ਇਹ ਪਿੰਡ ਹੈ ਇੱਕ ਕਿਸਮ ਦਾ ਰੋਪੜ ਜ਼ਿਲ੍ਹੇ ਦਾ ਸਾਡਾ ਜਿਹੜਾ ਹੈਗਾ ਸਭ ਤੋਂ ਛੋਟਾ ਪਿੰਡ ਸਾਡਾ ਪਿੰਡ ਹੈ, ਖਾਸ ਚਬਰਿਆਲ ਧਰਤੀ ਪਿੰਡ ਜਿਹੜਾ ਹੈ। ਕੀ ਜਾ ਹਾਂਜੀ, ਸਕਦੀ ਹੈ। ਬਿਲਕੁਲ ਤੁਸੀਂ ਬੈਠੇ ਹੋਏ ਆ ਸਭ ਚਮਕੌਰ ਤੋਂ ਸਾਹਿਬ। ਛੋਟਾ ਪਿੰਡ ਹੈ ਤੇ ਜੀ ਸੱਚੇ ਪਾਤਸ਼ਾਹ ਨੇ ਜਿਹੜੀ ਹੈ ਬਖਸ਼ਿਸ਼ ਕੀਤੀ ਹੈ ਸਾਡੇ ਤੇ, ਇੱਥੋਂ ਤੱਕ ਜਿਹੜਾ ਗੁਰੂ ਸਾਹਿਬ ਨੇ ਮਤਲਬ ਪਹੁੰਚਾਇਆ ਹੈਗਾ। ਉਸੇ ਪਿੰਡ ਦੇ ਸਕੂਲ ਦੇ ਵਿੱਚ ਹੀ ਮੈਂ ਪੜ੍ਹਿਆ ਆਂਗਾ। ਉਹ ਤੋਂ ਬਾਅਦ ਨਾਲ ਸਾਡੇ ਝੱਜ ਸਕੂਲ ਪੈਂਦਾ, ਉੱਥੇ ਖਾਸ ਕਰਕੇ ਜਿਹੜੀ ਇਸ ਪਾਸੇ ਨੂੰ ਮੇਰੀ ਲਗਨ ਲੱਗੀ ਹੈ ਧਰਮ ਵਾਲੇ ਪਾਸੇ, ਉਹ ਪ੍ਰਿੰਸੀਪਲ ਪ੍ਰੇਮ ਸਿੰਘ ਜੀ ਹੀਰਪੁਰ ਵਾਲੇ ਹੈ। ਉਹ ਕਿਉਂਕਿ ਤੁਸੀਂ ਜਾਣਦੇ ਹੋਣੇ ਸਿੱਖ ਮਿਸ਼ਨਰੀ ਕਾਲਜ ਜਿਹੜਾ ਹੈਗਾ ਉਹਨਾਂ ਵੱਲੋਂ ਇੱਕ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ, ਜਿਹੜੇ ਸਕੂਲਾਂ 'ਚ ਪੜ੍ਹਦੇ ਸੀ ਉਹ 9ਵੀਂ ਕਲਾਸ 10ਵੀਂ ਕਲਾਸ 'ਚ ਪੜ੍ਹਦੇ ਨੇ ਪ੍ਰੀਖਿਆ ਦਿੱਤੀ ਸੀ। ਉਹਦੇ ਕਰਕੇ ਜਿਹੜਾ ਹੈਗਾ ਮੇਰਾ ਉਹਨਾਂ ਦੇ ਨਾਲ ਲਗਾ ਸ਼ੁਰੂ ਹੋਇਆ। ਤੇ ਉਹ ਤੋਂ ਬਾਅਦ ਫਿਰ ਜਿਹੜਾ ਹੈਗਾ ਮੈਂ +2 ਕਰਨ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਦੇ ਵਿੱਚ ਐਜ ਏ ਪ੍ਰਚਾਰਕ ਦਾ ਕੋਰਸ ਕੀਤਾ, ਡਿਪਲੋਮਾ 3 ਸਾਲ ਦਾ। ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਜਿਹੜੇ ਅੱਜ ਕੱਲ੍ਹ ਸੱਚੇ ਪਾਤਸ਼ਾਹ ਦੇ ਚਰਨਾਂ ਜਾਬ ਰਾਜੇ, ਪਿਛਲੇ ਸਾਲ 1.5 ਸਾਲ ਪਹਿਲਾਂ SGPC ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਆ, ਉਹ ਮੇਰੇ ਉਸਤਾਦ ਹੈਗੇ। ਤੇ ਉਹਨਾਂ ਕੋਲੋਂ ਜਿਹੜਾ ਮੈਂ ਸਾਰਾ ਕੁਝ ਸਿੱਖਿਆ ਤੇ ਇਹ ਉਹਨਾਂ ਸਾਰਿਆਂ ਮੇਰੇ ਉਸਤਾਦਾਂ ਦਾ ਆਸ਼ੀਰਵਾਦ ਸੀ। ਤੇ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੋਂ ਮੈਂ 3 ਸਾਲ ਦਾ ਡਿਪਲੋਮਾ ਕੀਤਾ ਤੇ ਮੇਰਾ ਕੋਰਸ ਮੁੱਕਣ ਤੋਂ ਪਹਿਲਾਂ ਹੀ ਮੇਰੀ ਉੱਥੇ ਸਿਲੈਕਸ਼ਨ ਹੋ ਗਈ ਤੀ ਐਜ ਏ ਟੀਚਰ। ਤੇ 4 ਸਾਲ ਮੈਂ ਉੱਥੇ ਪੜ੍ਹਾਇਆ ਤੇ ਉੱਥੋਂ ਹੀ ਫਿਰ ਮੈਂ ਜਿਹੜਾ ਕੈਨੇਡਾ ਗਿਆ 2007 ਦੇ ਵਿੱਚ। ਤੇ ਕੈਨੇਡਾ ਦੇ ਵਿੱਚ ਸਰਦਾਰ ਆਪਣੇ ਪ੍ਰੇਮ ਸਿੰਘ ਜੀ ਤੇ ਸਰਦਾਰ ਮੱਖਣ ਸਿੰਘ ਜੀ ਉਹਨਾਂ ਦੀ ਜਿਹੜਾ ਉਦਮ ਕਰਕੇ ਕੈਨੇਡਾ ਰਿਹਾ। ਤੇ ਕੈਨੇਡਾ ਲਗਭਗ ਮੈਂ 7-8 ਸਾਲ ਸੇਵਾ ਨਿਭਾਈ ਹੈਗੀ ਵੱਖ-ਵੱਖ ਗੁਰੂ ਘਰਾਂ ਦੇ ਵਿੱਚ। ਤੇ ਹੁਣ 2016 ਤੋਂ ਇੱਥੇ ਸੈਟ ਆ ਜੀ US। ਜਾਂਦੇ ਜਾਂਦੇ ਇੱਕ ਹੋਰ ਜਿਹੜਾ ਸਵਾਲ ਜ਼ਰੂਰ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਹੈ ਕਿ ਪਿੰਡ ਦੇ ਲੋਕਾਂ ਨੇ ਜਾਂ ਫਿਰ ਪੂਰੇ ਸੰਸਾਰ ਭਰ ਚੋਂ ਸਿੱਖ ਜਗਤ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੇ ਬਹੁਤ ਖੂਬਸੂਰਤ ਸੁਨੇਹੇ ਤੁਹਾਡੇ ਤੱਕ ਪਹੁੰਚੇ ਹੋਣਗੇ। SGPC ਵੱਲੋਂ ਜਾਂ ਫਿਰ ਇੱਦਾਂ ਦੀ ਕੋਈ ਵੱਡੀ ਅਗਵਾਈ ਕਰਤਾ ਸੰਸਥਾ ਵੱਲੋਂ ਕੋਈ ਮਾਣ ਭਰਿਆ ਸੁਨੇਹਾ ਤੁਹਾਡੇ ਤੱਕ ਪਹੁੰਚਿਆ? ਨਹੀਂ, SGPC ਵੱਲੋਂ ਤਾਂ ਜਿਹੜਾ ਕੋਈ ਸੁਨੇਹਾ ਨਹੀਂ ਆਇਆ ਹੈਗਾ ਜਾਂ ਨਹੀਂ, ਪਰ ਚਲੋ ਇਹ ਸੁਨੇਹੇ ਆਪਾਂ ਨੂੰ ਇਹਨਾਂ ਸੰਸਥਾਵਾਂ ਦੇ ਜਾਂ ਕਿਸੇ ਦੇ ਲਿਖਣ ਦੀ ਵੀ ਲੋੜ ਨਹੀਂ ਹੈ। ਗੁਰੂ ਸਾਹਿਬ ਨੇ ਐਡੀ ਵੱਡੀ ਬਖਸ਼ਿਸ਼ ਕਰ ਦਿੱਤੀ ਹੈਗੀ ਤੇ ਬਾਕੀ ਸਭਾ ਸੁਸਾਇਟੀਆਂ ਦੇ ਸੁਨੇਹਿਆਂ ਦੀ ਲੋੜ ਵੀ ਨਹੀਂ ਹੈ। ਹੁਣ ਤੁਸੀਂ ਵਰਲਡ ਦੀ ਸਭ ਤੋਂ ਤਾਕਤਵਰ ਜਿਹੜੀ ਸੰਸਥਾ ਹੈਗੀ ਜਿੱਥੋਂ ਜਿਹੜਾ ਹੈਗਾ ਪੂਰੇ ਸੰਸਾਰ ਦਾ ਇਤਿਹਾਸ ਰਚਿਆ ਜਾਂਦਾ, ਸਾਰੇ ਸੰਸਾਰ ਨੂੰ ਸੇਧ ਮਿਲਦੀ, ਸਾਰੇ ਸੰਸਾਰ ਨੂੰ ਇਨਸਾਫ ਦੀ ਜਿਹੜੀ ਆਸ ਹੁੰਦੀ ਹੈ, ਜਦੋਂ ਉੱਥੇ ਜਿਹੜਾ ਐਡਾ ਵੱਡਾ ਮਾਣ ਜਿਹੜਾ ਹੈਗਾ ਸੱਚੇ ਪਾਤਸ਼ਾਹ ਨੇ ਦਵਾਇਆ ਹੈਗਾ, ਉੱਥੇ ਸਿੱਖ ਪ੍ਰੇਅਰ ਕੀਤੀ ਗਈ ਹੈ। ਤੇ ਬਾਕੀ ਜਿਹੜੇ ਹੈਗੀਆਂ ਹੋਰ ਚੀਜ਼ਾਂ ਉਹਨਾਂ ਦਾ ਜਿਹੜਾ ਹੈਗਾ ਕੋਈ ਮਾਇਨਾ ਨਹੀਂ ਰਹਿੰਦਾ। ਹਾਂ, ਸਾਡੇ ਜਿਹੜੇ ਰੋਪੜ ਜ਼ਿਲ੍ਹੇ ਤੋਂ, ਰੋਪੜ ਡਿਸਟ੍ਰਿਕਟ ਤੋਂ ਆਪਣੇ MLA ਹੈਗੇ ਸ਼੍ਰੀ ਦਿਨੇਸ਼ ਚੱਡਾ ਜੀ, ਤੇ ਉਹਨਾਂ ਵੱਲੋਂ ਜਿਹੜੀ ਹੈ ਮੈਨੂੰ ਵਧਾਈ ਦਿੱਤੀ ਗਈ ਹੈ, ਉਹਨਾਂ ਦਾ ਮੈਂ ਤਹਿ ਦਿਲੋਂ ਰਿਣੀ ਹਾਂ। ਦੂਜੇ ਗੜ੍ਹਸ਼ੰਕਰ ਤੋਂ ਆਪਣੇ ਜਿਹੜੇ ਹੈਗੇ MLA ਸਰਦਾਰ ਜੈ ਕਿਸ਼ਨ ਸਿੰਘ ਰੌੜੀ, ਅੱਜ ਕੱਲ੍ਹ ਉਹ ਆਪਣੇ ਡਿਪਟੀ ਸਪੀਕਰ ਹੈਗੇ ਪੰਜਾਬ ਗੌਰਮੈਂਟ ਦੇ ਵਿੱਚ, ਉਹਨਾਂ ਦੇ OSD ਤੇ ਸਰਦਾਰ ਚਰਨਜੀਤ ਸਿੰਘ ਚੰਨੀ, ਉਹਨਾਂ ਦਾ ਵੀ ਜਿਹੜਾ ਹੈਗਾ ਮੈਨੂੰ ਵਧਾਈ ਦਾ ਮੈਸੇਜ ਆਇਆ ਹੈਗਾ। ਤੇ ਬਾਕੀ ਹੋਰ ਸਾਰੀਆਂ ਬਹੁਤ ਸਾਰੀਆਂ ਸੰਗਤਾਂ ਵੱਲੋਂ ਜਿਹੜਾ ਇਹ ਦਿੱਤਾ ਜਾ ਰਿਹਾ ਜੀ। ਤੇ ਇਹਨਾਂ ਦਾ ਜਿਹੜੇ ਦੋ ਮਤਲਬ ਰਾਜਨੀਤਿਕ ਸਿੱਖੀ ਤੋਂ ਮੁਬਾਰਕਾਂ ਦਿੰਦੇ ਆ ਜੀ, ਬਹੁਤ ਬਹੁਤ ਸ਼ੁਕਰੀਆ ਵੀ ਕਹਿੰਦੇ ਆ। ਸਿੱਖ ਪੰਥ ਦੇ ਲਈ ਇਹ ਬਹੁਤ ਮਾਣ ਵਾਲੀ ਕੌਮ ਦੇ ਲਈ ਗੱਲ ਹੈ ਔਰ ਅਸੀਂ ਕੋਸ਼ਿਸ਼ ਜਿਹੜੀ ਹੈ ਜ਼ਰੂਰ ਚਾਹੁੰਦੇ ਹਾਂ ਕਿ ਜਾਰੀ ਰਹੇ ਕਿ ਪੰਜਾਬ ਦੇ ਵਿੱਚੋਂ ਬੈਠੇ ਤਾਂ ਹਰ ਸਿੱਖ ਆਪਣੇ ਸੰਕਲਪ ਨੂੰ ਧਿਆਉਂਦਾ ਹੀ ਰਹੇ, ਪਰ ਨਾਲ ਦੀ ਨਾਲ ਜਿੰਨੇ ਵੀ ਵਿਦੇਸ਼ਾਂ 'ਚ ਬੈਠੇ ਆ ਤੁਹਾਡੇ ਵਰਗੇ ਜਦੋਂ ਅਗਵਾਈ ਕਰਤਾ ਲੋਕ ਇਹੋ ਜਿਹੀਆਂ ਮਿਸਾਲਾਂ ਸਿਰਜਦੇ ਆ ਤੇ ਉਹਦੇ ਨਾਲ ਢਿੰਦੀ ਕਲਾ 'ਚ ਜਾਂਦਾ ਹਰ ਸ਼ਖਸ ਜਿਹੜਾ ਆਪਣੇ ਦੇਸ਼ ਤੋਂ ਦੂਰ ਬੈਠਾ, ਆਪਣੇ ਮਾਪਿਆਂ ਤੋਂ ਦੂਰ ਬੈਠਾ, ਹਰ ਬੱਚਾ ਜਿਹੜਾ ਇਕਲਾਪੇ ਦਾ ਸ਼ਿਕਾਰ ਹੁੰਦਾ ਕਿਤੇ ਨਾ ਕਿਤੇ ਢਿੰਦੀ ਕਲਾ 'ਚ ਜਾ ਰਿਹਾ, ਉਹਦੇ ਲਈ ਬੜਾ ਸੋਹਣਾ ਸੰਕਲਪ ਸਿਰਜਿਆ ਤੁਸੀਂ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਔਰ ਫਿਰ ਤੋਂ ਇੱਕ ਵਾਰੀ ਤੁਹਾਨੂੰ ਮੁਬਾਰਕਾਂ। ਤੇ ਇਹਦੇ ਨਾਲ ਹੀ ਅੰਤ ਕਰਨ ਤੋਂ ਪਹਿਲਾਂ ਮੈਂ ਚਾਹੂੰਗੀ ਕਿ ਇੱਕ ਵਾਰ ਤੁਸੀਂ ਉਹ ਤਸਵੀਰਾਂ ਜਿਹੜੀਆਂ ਦੁਬਾਰਾ ਤੋਂ ਜ਼ਰੂਰ ਦੇਖੋ ਜਿੱਥੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਜਿਹੜੀ ਆ ਉਹ US ਹਾਊਸ ਦੇ ਵਿੱਚ ਹੋ ਰਹੀ ਹੈ ਤੇ ਉਸ ਤੋਂ ਬਾਅਦ US ਹਾਊਸ ਦੇ ਮੈਂਬਰਾਂ ਦਾ ਕੀ ਰਿਸਪੌਂਸ ਆ ਉਹ ਵੀ ਦੇਖਦੇ ਹਾਂ। ਗੁੱਡ ਮਾਰਨਿੰਗ, ਲੈਟ ਅਸ ਪ੍ਰੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, one universal creator God, by the grace of the true Guru, Almighty God, Vaheguru, we call you by many names, what you are one. Keep your divine hand over the members of this house
as they help steer the future of our great nation. Keep truth on our tongues, love in our hearts, and sound judgment in our minds. ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਬਾਬਾ ਜੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।